ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦੀਪਕ ਕੁਮਾਰ। ਓਨਲੀ ਪੰਜਾਬ ਗਵਰਨਮੈਂਟ ਐਗਜ਼ਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ এনवायरमेंट ਦੇ ਕਰੰਟ ਅਫੇਅਰਸ। ਹਾਂਜੀ, ਇਹ ਜਿਹੜੇ ਯਾਨੀ ਕਿ ਆਪਾਂ ਕਰੰਟ ਅਫੇਅਰ ਦਾ ਸੈਸ਼ਨ ਸ਼ੁਰੂ ਕੀਤਾ ਹੈ, ਇਹ ਸਪੈਸ਼ਲੀ ਫॉर ਨੈਬ ਤਹਿਸੀਲਦਾਰ, ਠੀਕ ਹੈ। ਉਸ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਐਂਡ ਆਲ ਪੀਪੀਐਸਸੀ ਐਗਜ਼ਾਮਸ, ਉਹਨਾਂ ਵਾਸਤੇ ਇਹ ਸੈਸ਼ਨ ਸ਼ੁਰੂ ਕੀਤਾ ਗਿਆ। ਇਹ ਜੁਲਾਈ ਮੰਥ ਤੋਂ ਆਪਾਂ ਚੱਲਾਂਗੇ। ਜੁਲਾਈ ਮੰਥ ਤੋਂ ਲੈ ਕੇ ਹੁਣ ਤੱਕ ਆਪਾਂ ਇਸ ਨੂੰ ਕਵਰ ਕਰਾਂਗੇ। ਓਕੇ, ਤਾਂ ਸ਼ੁਰੂ ਕਰਦੇ ਹਾਂ ਜੀ। ਤਾਂ ਪਹਿਲੀ ਜਿਹੜੀ ਨਿਊਜ਼ ਹੈ ਉਹ ਫਿਸ਼ਿੰਗ ਕੈਟ ਤੋਂ ਰਿਲੇਟਡ ਹੈ। ਪਹਿਲੀ ਗੱਲ, ਇਹ ਨਿਊਜ਼ ਦੇ ਵਿੱਚ ਕਿਉਂ ਹੈ? ਤਾਂ ਦੇਖੋ, ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਵਾਈਲਡ ਲਾਈਫ ਸੈਂਚੁਰੀ ਹੈ, ਕੋਰਿੰਗਾ ਵਾਈਲਡ ਲਾਈਫ ਸੈਂਚੁਰੀ। ਔਰ ਇਸ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਇੱਕ ਪ੍ਰੋਜੈਕਟ ਚਲਾਇਆ ਗਿਆ ਹੈ ਜਿਹਦਾ ਨਾਮ ਹੈ ਕੋਲਰਿੰਗ ਪ੍ਰੋਜੈਕਟ। ਵੀ ਕੁਝ ਨਹੀਂ ਹੈ ਇਹ, ਵੀ ਇਹਨਾਂ ਦਾ ਸਟੇਟਸ, ਇਹਨਾਂ ਦਾ ਮੂਵਮੈਂਟ, ਵੀ ਇਹ ਕੀ ਕਰਦੇ ਕੀ ਨਹੀਂ, ਇਹ ਕਿੱਥੇ ਜਾਂਦੇ ਕਿੱਥੇ ਨਹੀਂ ਜਾਂਦੀਆਂ, ਉਹਨਾਂ ਵਾਸਤੇ ਹੈ ਇਹ, ਠੀਕ ਹੈ। ਤਾਂ ਇਹ ਫਿਸ਼ਿੰਗ ਕੈਟ ਜਿਹੜੀ ਹੈਗੀ ਹੈ, ਜਿਹੜੀ ਆਪਣੀ ਘਰਾਂ ਦੇ ਵਿੱਚ ਬਿੱਲੀ ਮਿਲਦੀ ਹੈ, ਠੀਕ ਹੈ, ਉਸ ਤੋਂ ਇਹ ਥੋੜ੍ਹੀ ਵੱਡੀ ਹੁੰਦੀ ਹੈ। ਜੇ ਤੁਸੀਂ ਪਰਸਨਲੀ ਇਸ ਨੂੰ ਦੇਖੋਗੇ ਤਾਂ ਤੁਹਾਨੂੰ ਐ ਲੱਗੂਗਾ ਇਹ ਸ਼ੇਰ ਦਾ ਬੱਚਾ ਹੈ। ਓਕੇ, ਤਾਂ ਇਹ ਜਿਹੜੀ ਫਿਸ਼ਿੰਗ ਕੈਟ ਹੈ, ਇਹ ਹਮੇਸ਼ਾ ਰਾਤ ਦੇ ਵਿੱਚ ਹੀ ਸ਼ਿਕਾਰ ਕਰਦੀ ਹੈ, ਠੀਕ ਹੈ। ਅਤੇ ਇਹ ਮਛਲੀਆਂ ਹੀ ਖਾਂਦੀ ਹੈ। ਮੇਨਲੀ ਜਿਹੜੀ ਇਹਦੀ ਡਾਈਟ ਹੈ ਉਹ ਮਛਲੀਆਂ ਹੀ ਹੈਗੀ ਆ। ਬਟ ਇਹ ਜਿਹੜੀ ਫਿਸ਼ਿੰਗ ਕੈਟ ਹੈ ਇਹ ਬਹੁਤ ਘੱਟ ਰਹਿ ਗਈ ਹੈ ਹੁਣ, ਠੀਕ ਹੈ। ਸੋ ਜਿਹਦੇ ਕਰਕੇ ਇਹਦਾ IUCN ਦੀ ਰੈੱਡ ਲਿਸਟ ਦੇ ਵਿੱਚ ਇਹਦਾ ਜਿਹੜਾ ਯਾਨੀ ਕਿ ਸਟੇਟਸ ਹੈ ਉਹ ਇੰਡੇਂਜਰ ਕੈਟੇਗਰੀ 'ਚ ਆ ਜਾਂਦਾ। ਹੁਣ ਇਹ IUCN ਕੀ ਹੁੰਦਾ ਹੈਗਾ, ਠੀਕ ਹੈ। ਇੱਕ ਸਾਈਟਸ ਦੀ ਅਪੈਂਡਿਕਸ ਸੈਕੰਡ ਦੇ ਵਿੱਚ ਇਹਦਾ ਅਪੈਂਡਿਕਸ ਸੈਕੰਡ ਦੇ ਵਿੱਚ ਆ ਜਾਂਦੀ ਹੈ। ਉਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਵਿੱਚ ਇਹ ਸ਼ਡਿਊਲ 1 ਦੇ ਵਿੱਚ ਆ ਜਾਂਦੀ ਹੈ। ਤਾਂ ਦੇਖੋ, ਆਹ ਜਿਹੜੀਆਂ ਤਿੰਨ ਚੀਜ਼ਾਂ ਨੇ, ਤੁਹਾਡੇ ਲਈ ਇਹ ਤਿੰਨੇ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀਆਂ ਨੇ। ਇਹਨਾਂ ਸਲਾਈਡ ਤੋਂ ਬਾਅਦ ਆਪਾਂ ਤਿੰਨੇ ਚੀਜ਼ਾਂ ਉੱਤੇ ਡਿਸਕਸ ਕਰਾਂਗੇ ਇਹ ਹੈ ਕੀ ਚੀਜ਼, ਔਰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਤਿੰਨੇ ਹੀ ਚੀਜ਼ਾਂ ਮੋਸਟ ਇੰਪੋਰਟੈਂਟ ਹੈ। ਓਕੇ, ਤਾਂ ਦੇਖੋ, ਇਹ ਜਿਹੜੀ ਬਿੱਲੀ ਹੈ ਇਹ ਮੇਨਲੀ ਮਿਲਦੀ ਕਿੱਥੇ ਹੈ? ਜਿਵੇਂ ਬਾਂਗਲਾਦੇਸ਼ ਹੈ, ਬਾਂਗਲਾਦੇਸ਼ ਦੇ ਵਿੱਚ ਜਿਹੜਾ ਸੁੰਦਰਬਨ ਡੈਲਟਾ ਉੱਥੇ ਬਹੁਤ ਮਿਲਦੀ ਹੈ, ਠੀਕ ਹੈ, ਕਿਉਂਕਿ ਉੱਥੇ ਮੈਂਗਰੂਵ ਦਰਖਤ ਮਿਲਦੇ ਹੈ। ਅਤੇ ਈਵਨ ਜਿਹੜਾ ਵੈਸਟ ਬੰਗਾਲ ਹੈ, ਵੈਸਟ ਬੰਗਾਲ ਦੀ ਤਾਂ ਇਹ ਸਟੇਟ ਐਨੀਮਲ ਹੈ ਫਿਸ਼ਿੰਗ ਕੈਟ। ਓਕੇ, ਔਰ ਹਮੇਸ਼ਾ ਕੀ ਕਰਦੀ ਹੈ, ਰਾਤ ਨੂੰ ਸ਼ਿਕਾਰ ਕਰਦੀ ਹੈਗੀ ਹੈ, ਠੀਕ ਹੈ। ਤਾਂ ਇਹ ਹੈ ਫਿਸ਼ਿੰਗ ਕੈਟ। ਹੁਣ ਫਿਸ਼ਿੰਗ ਕੈਟ ਤੋਂ ਰਿਲੇਟਡ ਜੇ ਕੁਐਸਚਨ ਬਣ ਸਕਦਾ ਹੈ, PPSC ਕਿਵੇਂ ਕੁਐਸਚਨ ਬਣਾ ਸਕਦਾ ਹੈ? ਤਾਂ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦਾ ਫਿਸ਼ਿੰਗ ਕੈਟ, ਕਿ ਕਿਹੜੀ ਜਿਹੜੀ ਸਟੇਟਮੈਂਟ ਹੈ ਉਹ ਸਹੀ ਹੈਗੀ ਹੈ ਫਿਸ਼ਿੰਗ ਕੈਟ ਦੇ ਰਿਗਾਰਡਿੰਗ। ਕੀ ਇਹ ਕ੍ਰਿਟੀਕਲੀ ਇੰਡੇਂਜਰਡ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ? ਤਾਂ ਆਪਾਂ ਕੀ ਦੇਖਿਆ ਸੀ, ਇੰਡੇਂਜਰਡ ਕੈਟਾਗਰੀ 'ਚ ਆ ਜਾਂਦੀ ਹੈ, ਨਾ ਕਿ ਕ੍ਰਿਟੀਕਲ ਇੰਡੇਂਜਰਡ। ਕੀ ਇਹ ਸਟੇਟ ਐਨੀਮਲ ਹੈਗਾ ਵੈਸਟ ਬੰਗਾਲ ਦਾ? ਹਾਂਜੀ, ਜਿਹੜੀ ਦੂਜੀ ਸਟੇਟਮੈਂਟ ਹੈ ਸਹੀ ਹੈ। ਤੀਜੀ ਕੀ ਸਟੇਟਮੈਂਟ ਕਹਿੰਦੀ ਹੈ ਕਿ ਸ਼ਡਿਊਲ ਸੈਕਿੰਡ ਦੇ ਵਿੱਚ ਆ ਜਾਂਦਾ ਹੈ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਵਿੱਚ। ਤਾਂ ਆਪਾਂ ਦੇਖਿਆ ਸੀ ਕਿ ਸ਼ਡਿਊਲ 1 'ਚ ਆਉਂਦਾ ਹੈਗਾ, ਨਾ ਕਿ ਸ਼ਡਿਊਲ ਸੈਕਿੰਡ ਦੇ ਵਿੱਚ। ਹੁਣ ਆ ਸ਼ਡਿਊਲ 1 ਸ਼ਡਿਊਲ ਸੈਕਿੰਡ, ਇਹਨੂੰ ਆਪਾਂ ਅੱਗੇ ਡਿਸਕਸ ਕਰਦੇ ਹੈਗੇ। ਓਕੇ, ਤਾਂ ਆਨਸਰ ਕੀ ਆਊਗਾ ਆਪਣਾ? ਆਨਸਰ ਆਊਗਾ ਓਨਲੀ ਯਾਨੀ ਕਿ ਸੈਕਿੰਡ ਆਪਸ਼ਨ D, ਠੀਕ ਹੈ ਨਾ। ਹਾਂਜੀ, ਤਾਂ ਇੱਦਾਂ ਦੇ ਕੁਐਸਚਨ PPSC ਬਣਾ ਸਕਦਾ ਹੈਗਾ। ਇਹ ਇੱਕ ਮੋਕ ਕੁਐਸਚਨ ਹੈ, ਠੀਕ ਹੈ। ਇੱਦਾਂ ਦੇ ਕੁਐਸਚਨ ਹੀ ਸੈੱਟ ਹੋਣਗੇ ਐਗਜ਼ਾਮ ਦੇ ਵਿੱਚ। ਹੁਣ ਆਪਾਂ ਜਾਣਦੇ ਹਾਂ IUCN ਬਾਰੇ, ਕਿ IUCN ਕੀ ਹੈ। ਦੇਖੋ, IUCN ਇਹਦੀ ਜਿਹੜੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ। ਔਰ ਇਹ ਜਿਹੜੀ ਯੂਨੀਅਨ ਬਣੀ ਸੀ, ਇਹਨੂੰ ਬਣਾਇਆ ਕਦੋਂ ਗਿਆ ਸੀ? 1948 ਦੇ ਵਿੱਚ ਫਰਾਂਸ ਦੇ ਵਿੱਚ। ਔਰ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਹੈ। ਵੀ ਇਸ ਨੂੰ ਬਣਾਉਣ ਦਾ ਪਰਪਸ ਕੀ ਸੀ? ਪਹਿਲੀ ਗੱਲ ਦੇਖੋ, 1939 ਤੋਂ ਲੈ ਕੇ 1945 ਤੱਕ ਸੈਕਿੰਡ ਵਰਲਡ ਵਾਰ ਚੱਲਿਆ। ਇਸ ਵਰਲਡ ਵਾਰ ਦੇ ਵਿੱਚ ਵੀ ਇਹ ਮੰਨ ਕੇ ਚਲੋ ਹਿਊਮਨ ਬੀਇੰਗ ਤਾਂ ਖਤਮ ਹੋਈ ਹੋਈ, ਇਹਨਾਂ ਦੇ ਨਾਲ ਨਾਲ ਜਾਨਵਰ ਵੀ ਬਹੁਤ ਖਤਮ ਹੋ ਗਏ, ਕਿਉਂਕਿ ਪੋਲਿਊਸ਼ਨ ਜਾਂ ਫਿਰ ਵਿਸਫੋਟ ਬੰਬ, ਯਾਨੀ ਕਿ ਜੋ ਵੀ ਲਗਾਓ, ਵੀ ਜਿਹਦੇ ਨਾਲ ਜਾਨਵਰ ਬੜੀ ਭਾਰੀ ਗਿਣਤੀ 'ਚ ਖਤਮ ਹੋਣੇ ਸ਼ੁਰੂ ਹੋ ਗਏ ਸੀਗੇ। ਤਾਂ ਉਹਨਾਂ ਨੇ ਕੀ ਆਖਿਆ ਕਿ ਹਾਂ ਵੀ ਆਪਾਂ ਹਿਊਮਨ ਬੀਇੰਗ ਦੇ ਨਾਲ ਨਾਲ ਆਪਾਂ ਨੇਚਰ ਨੂੰ ਵੀ ਬਚਾਉਣਾ ਹੈ। ਐਵੇਂ ਹੈ ਨਹੀਂ ਗਾ ਕਿ ਨੇਚਰ ਨੂੰ ਐਂ ਛੱਡ ਦਈਏ। ਆਉਣ ਵਾਲੇ ਟਾਈਮ ਦੇ ਵਿੱਚ ਨੇਚਰ ਵੀ ਜ਼ਰੂਰੀ ਹੈ ਆਪਣੇ ਵਾਸਤੇ। ਔਰ ਦੇਖੋ, 1963 ਦੇ ਵਿੱਚ ਇੱਕ ਰੈੱਡ ਲਿਸਟ ਨਾਮ ਦੀ ਯਾਨੀ ਕਿ ਸੂਚੀ ਜਾਰੀ ਹੋਣੀ ਸ਼ੁਰੂ ਹੋ ਗਈ। ਇਹ ਜਿਹੜੀ ਰੈੱਡ ਲਿਸਟ ਹੈਗੀ ਹੈ ਇਹ ਹਰ 4 ਸਾਲਾਂ ਬਾਅਦ ਜਾਰੀ ਹੁੰਦੀ ਹੈ। ਇਸ ਰੈੱਡ ਲਿਸਟ ਦੇ ਵਿੱਚ ਦੇਖੋ, ਇਹ ਦੱਸਦੇ ਨੇ ਕਿ ਹਾਂ ਵੀ ਕਿਹੜੀ ਸਪੀਸ਼ੀਜ਼ ਖਤਮ ਹੋ ਗਈ ਹੈ, ਕਿਹੜੀ ਸਪੀਸ਼ੀਜ਼ ਖਤਮ ਹੋਣ ਦੀ ਕਗਾਰ ਦੇ ਉੱਤੇ ਹੈ। ਯਾਨੀ ਕਿ ਤੁਸੀਂ ਦੇਖੋ, ਹੁਣ ਰੈੱਡ ਲਿਸਟ ਦੇ ਵਿੱਚ ਆਪਾਂ ਛੋਟੀ ਜਿਹੀ ਗੱਲ ਕਰੀਏ ਕਿ ਇਹਦੀ ਜਿਹੜੀ ਕੈਟੇਗਰੀਜ਼ ਹੈ ਉਹ 9 ਕੈਟੇਗਰੀਜ਼ ਹੈ। ਜਿਵੇਂ ਦੇਖੋ, ਤੁਸੀਂ ਡਾਇਨਾਸੌਰ ਪਹਿਲਾਂ ਦੇਖਦੇ ਹੁੰਦੇ ਸੀਗੇ ਕਿ ਹਾਂਜੀ ਡਾਇਨਾਸੌਰ ਇੱਥੇ ਹੁੰਦੇ ਸੀ। ਅੱਜ ਦੇ ਟਾਈਮ ਦੇ ਉੱਤੇ ਡਾਇਨਾਸੌਰ ਹੈ? ਤਾਂ ਤੁਸੀਂ ਆਖੋਗੇ ਨਹੀਂ ਜੀ। ਤਾਂ ਡਾਇਨਾਸੌਰ ਕੀ ਹੋ ਗਏ? ਡਾਇਨਾਸੌਰ ਐਕਸਟਿੰਕਟ ਹੋ ਚੁੱਕੇ ਹੈ, ਖਤਮ ਹੋ ਚੁੱਕੀ ਹੈ, ਡਾਇਨਾਸੌਰ ਹੈ ਹੀ ਨਹੀਂ, ਠੀਕ ਹੈ ਨਾ। ਤਾਂ ਇਹ ਹੁੰਦਾ ਹੈਗਾ ਕਿ ਹਾਂ ਵੀ ਡਾਇਨਾਸੌਰ ਖਤਮ ਹੋ ਗਏ, ਤਾਂ ਐਕਸਟਿੰਕਟ ਹੋ ਗਏ। ਵੀ ਐਟ ਪ੍ਰੈਜੈਂਟ ਬਹੁਤ ਸਾਰੇ ਇਹੋ ਜਿਹੇ ਪੰਛੀ ਹੈ, ਇਹੋ ਜਿਹੇ ਜਾਨਵਰ ਹੈ, ਇਹੋ ਜਿਹੇ ਦਰਖਤ ਹੈ
ਜੋ ਖਤਮ ਹੋ ਰਿਹਾ। ਜਿਵੇਂ ਇੱਕ ਡੋਡੋ ਪੰਛੀ ਸੀਗਾ, ਠੀਕ ਹੈ, ਇਹ ਮੌਰੀਸ਼ੀਅਸ ਵਗੈਰਾ 'ਚ ਮਿਲਦਾ ਸੀਗਾ। ਉਹ ਡੋਡੋ ਪੰਛੀ ਜਿਹੜਾ ਸੀਗਾ ਇਹ ਇਸ ਟਾਈਮ ਐਕਸਟਿੰਕਟ ਹੋ ਗਿਆ, ਖਤਮ ਹੋ ਗਿਆ। ਔਰ ਦੇਖੋ ਡੋਡੋ ਪੰਛੀ ਨਾ ਇੱਕ ਦਰਖਤ ਸੀਗਾ, ਉਸ ਦਰਖਤ ਦੇ ਯਾਨੀ ਕਿ ਇਹ ਫਰੂਟ ਖਾਂਦਾ ਸੀਗਾ। ਉਹ ਜਦੋਂ ਉਹਦੇ ਫਰੂਟ ਖਾਂਦਾ ਸੀਗਾ ਇਹ, ਤਾਂ ਇਹਦੇ ਯਾਨੀ ਕਿ ਸਟਮਕ ਦੇ ਵਿੱਚੋਂ ਦੀ ਹੋ ਕੇ ਉਹਦਾ ਯਾਨੀ ਕਿ ਡਾਈਜੈਸ਼ਨ ਜਦੋਂ ਹੁੰਦਾ ਸੀਗਾ, ਜਦੋਂ ਇਹ ਬਿੱਠ ਕਰਦਾ ਸੀਗਾ, ਉਸੇ ਬਿੱਠ ਤੋਂ ਉਹ ਦਰਖਤ ਉੱਗ ਸਕਦਾ ਸੀ, ਯਾਨੀ ਕਿ ਉਹ ਜਿਹੜਾ ਬੀਜ ਬਣ ਜਾਂਦਾ ਸੀਗਾ ਪ੍ਰੋਪਰ। ਹੁਣ ਡੋਡੋ ਪੰਛੀ ਖਤਮ ਹੋ ਗਿਆ, ਤਾਂ ਜਿਹੜਾ ਟਰੀ ਯਾਨੀ ਕਿ ਇਹ ਉਗਾ ਸਕਦਾ ਸੀ ਉਹ ਵੀ ਖਤਮ ਹੋ ਜਾਊਗਾ। ਠੀਕ ਹੈ ਨਾ, ਵੀ ਐਵੇਂ ਹੈਗਾ ਕਿ ਹਾਂ ਵੀ ਪੰਛੀ ਦੇ ਨਾਲ ਨਾਲ ਦਰਖਤ ਵੀ ਖਤਮ ਹੋ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ। ਇਹ ਹੁੰਦਾ ਹੈਗਾ, ਇਹ ਰੈੱਡ ਲਿਸਟ ਇਸੇ ਚੀਜ਼ਾਂ ਦੀ ਸੂਚੀ ਜਾਰੀ ਕਰਦੀ ਰਹਿੰਦੀ ਹੈ। ਠੀਕ ਹੈ, ਜਿਵੇਂ ਦੇਖੋ ਜੇ ਚੀਜ਼ ਕੋਈ ਐਕਸਟਿੰਕਟ ਹੋ ਗਈ ਤਾਂ ਖਤਮ ਹੈ, ਵੀ ਹੁਣ ਵਾਪਸ ਨਹੀਂ ਆ ਸਕਦੀ। ਡਾਇਨਾਸੌਰ ਵਾਪਸ ਨਹੀਂ ਆ ਸਕਦੀ। ਤੁਸੀਂ ਡਾਇਨਾਸੌਰ ਦੀ ਮੂਵੀਜ਼ ਵੇਖੀਆਂ ਹੋਣਗੀਆਂ, ਉਹ ਕੀ ਕਰਦੇ ਹੈਗੇ ਆ, ਔਰ ਜੀਨ ਵਗੈਰਾ ਲੈ ਲੈਂਦੇ ਆ, ਕੋਈ ਉਹਨਾਂ ਦਾ ਫੋਸਿਲ ਫਿਊਲ ਹੁੰਦਾ ਹੈ, ਯਾਨੀ ਕਿ ਕੋਈ ਜੀਵਾਸ਼ਮ ਹੁੰਦੇ ਹੈਗੇ ਆ, ਉਹਨਾਂ ਤੋਂ ਸੈਂਪਲ ਜੇ ਲੈ ਲੈਂਦੇ ਆ, ਫਿਰ ਲੈਬੋਰਟਰੀਜ਼ ਦੇ ਵਿੱਚ ਤਿਆਰ ਕਰੀ ਜਾਂਦੇ ਰਹਿੰਦੇ ਆ। ਫਿਰ ਉਹ ਕਹਿੰਦੇ ਕਿ ਹਾਂ ਜੀ ਅਸੀਂ ਡਾਇਨਾਸੌਰ ਬਣਾ ਲਿਆ। ਡਾਇਨਾਸੌਰ ਦੀ ਬਹੁਤ ਜ਼ਿਆਦਾ ਪ੍ਰਜਾਤੀਆਂ ਹੁੰਦੀਆਂ ਨੇ, ਠੀਕ ਹੈ ਨਾ, ਐਦਾਂ ਕਰ ਸਕਦੇ ਨੇ, ਕਰਦੇ ਰਹਿੰਦੇ ਆ। ਉਹ ਤਾਂ ਚਲੋ ਫਿਲਮਾਂ ਵਾਲੀਆਂ ਗੱਲਾਂ ਨੇ। ਇੱਕ ਹੁੰਦਾ ਐਕਸਟਿੰਕਟ ਇਨ ਵਾਈਲਡ। ਐਕਸਟਿੰਕਟ ਇਨ ਵਾਈਲਡ ਦਾ ਕੀ ਮਤਲਬ ਹੈ ਕਿ ਜੰਗਲਾਂ 'ਚੋਂ ਤਾਂ ਖਤਮ ਹੋ ਗਏ ਵੀ, ਹੁਣ ਉਹ ਖਤਮ ਹੋਣ ਦੀ ਕਗਾਰ ਦੇ ਉੱਤੇ ਹੈਗੇ, ਅਤੇ ਥੋੜ੍ਹੇ ਬਹੁਤ ਹੀ ਰਹਿ ਗਏ ਹੈ। ਯਾਨੀ ਕਿ ਇਹ ਮੰਨ ਕੇ ਚਲੋ ਜੇ ਆਪਾਂ ਬਚਾ ਸਕਦੇ ਹਾਂ, ਜੇ ਆਪਾਂ ਚਿੜੀਆ ਘਰ ਦੇ ਵਿੱਚ ਲੈ ਆਈਏ, ਸਪੈਸ਼ਲ ਕੇਅਰ ਕਰੀਏ, ਫਿਰ ਉਹਨਾਂ ਨੂੰ ਬਚਾ ਸਕਦੇ ਹਾਂ, ਅਦਰਵਾਈਜ਼ ਉਹ ਖਤਮ ਹੈ। ਠੀਕ ਹੈ ਨਾ, ਐਵੇਂ ਹੈਗਾ। ਜਿਵੇਂ ਚਾਈਨਾ ਹੈ, ਚਾਈਨਾ ਦੇ ਵਿੱਚ ਇੱਕ ਮੀਲੂ ਡੀਅਰ ਸੀਗਾ, ਮੀਲੂ ਡੀਅਰ ਯਾਨੀ ਕਿ ਹਿਰਨ ਸੀਗਾ, ਉਹ ਖਤਮ ਹੋ ਗਿਆ ਸੀਗਾ। ਉਹਨਾਂ ਨੇ ਕੀ ਕੀਤਾ, ਕਹਿੰਦੇ ਨੂੰ ਮੀਲੂ ਡੀਅਰ ਨੂੰ ਜੂ ਦੇ ਵਿੱਚ ਰੱਖਿਆ, ਸਪੈਸ਼ਲ ਧਿਆਨ ਰੱਖਿਆ, ਫਿਰ ਕਿਤੇ ਜਾ ਕੇ ਉਹ ਜਿਹੜਾ ਹਿਰਨ ਹੈ ਉਹ ਵਾਪਸ ਜੰਗਲਾਂ 'ਚ ਭੇਜਿਆ ਗਿਆ। ਇੱਦਾਂ ਕਰਦੇ ਹੈਗੇ ਆ। ਠੀਕ ਹੈ, ਇੱਕ ਹੁੰਦਾ ਕ੍ਰਿਟੀਕਲ ਇੰਡੇਂਜਰ, ਵੀ ਇਹ ਮੰਨ ਕੇ ਚਲੋ ਥੋੜ੍ਹੇ ਬਹੁਤ ਹੀ ਰਹਿ ਗਏ, 50 ਕੀ ਰਹਿ ਗਏ ਬਸ, ਜ਼ਿਆਦਾ ਨਹੀਂ ਰਹੇ। ਠੀਕ ਹੈ ਨਾ, ਜਿਵੇਂ ਇੱਕ ਤੁਸੀਂ ਪੰਛੀ ਦਾ ਨਾਮ ਸੁਣਿਆ ਹੋਊਗਾ, ਇੰਡੀਅਨ ਬਸਟਰਡ, ਇੰਡੀਅਨ ਗ੍ਰੇਟ ਬਸਟਰਡ। ਠੀਕ ਹੈ, ਇਹ ਰਾਜਸਥਾਨ ਦੇ ਵਿੱਚ ਮਿਲਦਾ, ਗੁਜਰਾਤ ਦੇ ਵਿੱਚ ਮਿਲਦਾ। ਇਹ ਕ੍ਰਿਟੀਕਲ ਇੰਡੇਂਜਰਡ ਹੈ, ਯਾਨੀ ਕਿ ਇਹ ਮੰਨ ਕੇ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਪੰਛੀਆਂ ਨੂੰ ਚਿੜੀਆ ਘਰ ਦੇ ਵਿੱਚ ਰੱਖਣਾ ਸ਼ੁਰੂ ਕਰਨਾ ਪਊਗਾ, ਜੇ ਇਹ ਮੰਨ ਕੇ ਚਲੋ ਖਤਮ ਹੋ ਗਏ ਤਾਂ, ਖਤਮ ਐਡੂ ਵੀ ਘੱਟ ਗਏ ਤਾਂ। ਠੀਕ ਹੈ ਨਾ, ਇੱਕ ਹੁੰਦਾ ਇੰਡੇਂਜਰਡ, ਜਿਵੇਂ ਆਪਾਂ ਫਿਸ਼ਿੰਗ ਕੈਟ ਬਾਰੇ ਜਾਣ ਕੇ ਹਟੇ ਹਾਂ, ਇੰਡੇਂਜਰਡ ਕੈਟਾਗਰੀ ਦੇ ਵਿੱਚ ਹੈ, ਯਾਨੀ ਕਿ 200 250 ਜਾਂ 300 ਕੀ ਹੋਣਗੀਆਂ। ਓਕੇ, ਵਲਨਰੇਬਲ, ਜਿਹਦੇ ਵਿੱਚ 1000 ਤੋਂ ਉੱਪਰ ਹੋਵੇ ਸਪੀਸ਼ੀਜ਼। ਨੀਅਰ ਥ੍ਰੈਟਡ, ਵੀ ਇੱਦਾਂ ਕਰਕੇ ਇਹਦੀ ਜਿਹੜੀ ਲਿਸਟ ਹੈਗੀ ਆ ਉਹ ਕੀ ਹੈਗੀ, 9 ਹੈਗੀਆਂ ਨੇ। ਇੱਕ ਹੁੰਦਾ ਜਿਵੇਂ ਲੀਸਟ ਕੰਸਰਨ, ਵਾਧੂ ਹੈ, ਕੋਈ ਟੈਨਸ਼ਨ ਨਹੀਂ। ਠੀਕ ਹੈ ਨਾ, ਜਿਵੇਂ ਨੀਲ ਗਾਏ ਹੈ, ਨੀਲ ਗਾਏ ਵਾਧੂ ਹੈ। ਠੀਕ ਹੈ, ਬਿਹਾਰ ਸਰਕਾਰ ਨੇ ਕੀ ਕੀਤਾ, ਇਹਨਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀਗਾ, ਕਿਉਂਕਿ ਇਹ ਕੀ ਕਹਿੰਦੇ ਉਹਨੂੰ ਫਸਲਾਂ ਖਰਾਬ ਕਰਦੇ ਸੀ। ਆਪਣੇ ਪੰਜਾਬ ਵਿੱਚ ਨੀਲ ਗਾਏ ਨੂੰ ਰੋਜ਼ ਕਹਿ ਦਿੰਦੇ ਆ। ਓਕੇ, ਡਾਟਾ ਡੈਫੀਸ਼ੀਐਂਟ, ਇਹਦਾ ਮਤਲਬ ਇਹ ਹੁੰਦਾ ਕਿ ਹਾਂ ਵੀ ਆਪਣੇ ਕੋਲ ਡਾਟਾ ਹੀ ਨਹੀਂ ਹੈ। ਅਤੇ ਇੱਕ ਹੁੰਦਾ ਨਾਟ ਇਵੈਲੂਏਟਡ, ਵੀ ਪਤਾ ਹੀ ਨਹੀਂ, ਸਾਇੰਸ ਕਹਿੰਦੀ ਹੈ ਤਾਂ ਇਹ ਤਾਂ ਜਾਨਵਰ ਹੈ, ਆਪਾਂ ਨੇ ਕਦੇ ਵੇਖਿਆ ਨਹੀਂ। ਓਕੇ, ਤਾਂ ਇਹਦੀਆਂ ਜਿਹੜੀ ਕੈਟਾਗਰੀਜ਼ ਹੁੰਦੀਆਂ ਨੇ ਟੋਟਲ 9 ਹੁੰਦੀਆਂ ਨੇ। 9 ਕੈਟਾਗਰੀਜ਼ ਦੇ ਵਿੱਚ ਇਹ ਲਿਸਟ ਜਾਰੀ ਹੁੰਦੀ ਹੈ, ਔਰ ਰੈੱਡ ਲਿਸਟ ਹਰ 4 ਸਾਲਾਂ ਬਾਅਦ ਜਾਰੀ ਹੁੰਦੀ ਹੈਗੀ ਹੈ। ਓਕੇ, ਇੱਦਾਂ ਦਾ ਯਾਨੀ ਕਿ IUCN ਹੁੰਦਾ ਹੈਗਾ। ਜਿਵੇਂ ਇੱਕ ਕੁਐਸਚਨ ਹੈ ਛੋਟਾ ਜਿਹਾ ਕਿ IUCN ਇਹਦੀ ਫੁੱਲ ਫਾਰਮ ਕੀ ਹੈ ਜਾਂ ਇਹਦੀ ਐਬਰੀਵੇਸ਼ਨ ਕੀ ਹੈ, ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ। ਓਕੇ, ਤਾਂ ਇੱਦਾਂ ਦਾ ਕੁਐਸਚਨ। ਇੱਕ ਹੋਰ ਕੁਐਸਚਨ ਦੇਖਦੇ ਹਾਂ ਆਪਾਂ। ਇਹ ਕੁਐਸਚਨ PPSC ਨੇ ਪੁੱਛਿਆ ਸੀਗਾ। ਕੁਐਸਚਨ ਕੀ ਹੈ ਕਿ ਰੈੱਡ ਲਿਸਟ ਜਿਹੜੀ ਜਾਰੀ ਕੀਤੀ ਜਾਂਦੀ ਆ ਸਪੀਸ਼ੀਜ਼ ਦੇ ਵਿੱਚ, ਉਹ ਕਿੰਨੀ ਕੈਟਾਗਰੀਜ਼ ਦੇ ਵਿੱਚ ਜਾਰੀ ਕੀਤੀ ਜਾਂਦੀ ਹੈ? ਤਾਂ ਆਨਸਰ ਕੀ ਆਊਗਾ? ਆਨਸਰ ਆਊਗਾ 9। ਆਪਾਂ ਦੇਖਿਆ ਸੀਗਾ ਖਤਮ ਹੋ ਕੇ ਐਕਸਟਿੰਕਟ, ਐਕਸਟਿੰਕਟ ਇਨ ਵਾਈਲਡ, ਕ੍ਰਿਟੀਕਲੀ ਇੰਡੇਂਜਰਡ, ਨੀਅਰ ਥ੍ਰੈਟਨ, ਵਲਨਰੇਬਲ, ਲੀਸਟ ਕੰਸਰਨ, ਡਾਟਾ ਡੈਫੀਸ਼ੀਐਂਟ, ਨਾਟ ਇਵੈਲੂਏਟਡ। ਓਕੇ, ਟੋਟਲ 9 ਕੈਟਾਗਰੀਜ਼ ਸੀਗੀਆਂ। ਇੱਕ ਹੋਰ ਕੁਐਸਚਨ, ਇਹ UPSC ਨੇ ਪੁੱਛਿਆ ਸੀਗਾ। ਕੁਐਸਚਨ ਕੀ ਹੈ ਕਿ ਜਿਹੜੀ ਰੈੱਡ ਡਾਟਾ ਬੁੱਕ ਹੈਗੀ ਆ ਉਹ ਪਬਲਿਸ਼ ਕਰਦੀ ਹੈ IUCN ਦਾ, ਜਿਹੜੀ ਲਿਸਟ ਹੈਗੀ ਉਹ ਪਬਲਿਸ਼ ਕਰਦੀ ਹੈ IUCN। ਠੀਕ ਹੈ, ਇਹਦੇ ਦੁਆਰਾ ਪਬਲਿਸ਼ ਕੀਤੀ ਜਾਂਦੀ ਹੈ। ਹੁਣ ਰੈੱਡ ਡਾਟਾ ਬੁੱਕ ਉਹ ਕਿਸ ਦੇ ਬਾਰੇ ਦੱਸਦੀ ਹੈ ਕਿ ਇਹ ਐਂਡੈਮਿਕ ਪਲਾਂਟ ਐਨੀਮਲ ਸਪੀਸ਼ੀਜ਼ ਜਿਹੜੀ ਬਾਇਓਡਾਇਵਰਸਿਟੀ ਦੇ ਵਿੱਚ ਹੁੰਦੀਆਂ ਨੇ ਉਹਦੇ ਬਾਰੇ ਦੱਸਦੀ ਹੈ। ਐਂਡੈਮਿਕ ਕੀ ਹੁੰਦਾ ਕਿ ਇੱਕ ਪਾਰਟੀਕੂਲਰ ਸਟੇਟ ਜਾਂ ਫਿਰ ਕਿਸੇ ਪਾਰਟੀਕੂਲਰ ਕੰਟਰੀ ਉੱਥੇ ਉਹ ਮਿਲਦਾ ਹੋਵੇ ਉਹਦੇ ਬਾਰੇ ਦੱਸਦੀ ਹੈ। ਅਤੇ ਇਹ ਤਾਂ ਪੂਰੀ ਦੁਨੀਆ ਬਾਰੇ ਦੱਸਦੀ ਹੈ। ਠੀਕ ਹੈ, ਐਂ ਤਾਂ ਨਹੀਂ ਕਹਿ ਸਕਦੇ ਕਿ ਇੱਕ ਪਾਰਟੀਕੂਲਰ ਕੰਟਰੀ ਜਾਂ ਪਾਰਟੀਕੂਲਰ ਸਟੇਟ ਬਾਰੇ ਦੱਸਦੀ ਹੈ। ਫਸਟ ਸਟੇਟਮੈਂਟ ਗਲਤ ਹੋ ਚੁੱਕੀ। ਇੱਕ ਹੁੰਦਾ ਹੈਗਾ ਥ੍ਰੈਟਨਡ ਪਲਾਂਟ ਐਂਡ ਐਨੀਮਲ ਸਪੀਸ਼ੀਜ਼, ਸੈਕੰਡ ਆਪਸ਼ਨ, ਕਿ ਇਹ ਜਿਹੜੇ ਖਤਮ ਹੋ ਰਹੇ ਆ ਜਾਂ ਖਤਮ ਹੋਣ ਦੀ ਕਗਾਰ ਦੇ ਉੱਤੇ ਹੈਗੇ ਆ ਉਹਨਾਂ ਬਾਰੇ ਦੱਸਦੀ ਹੈ।
ਉਹਨਾਂ ਬਾਰੇ ਤਾਂ ਦੱਸਦੀ ਹੈ ਇਹ, ਠੀਕ ਹੈ ਨਾ। ਇੱਕ ਹੈ ਥਰਡ ਆਪਸ਼ਨ, ਪ੍ਰੋਟੈਕਟਡ ਸਾਈਟਸ ਫॉर ਕੰਜ਼ਰਵੇਸ਼ਨ ਆਫ ਨੇਚਰ ਤੇ ਨੈਚੁਰਲ ਰਿਸੋਰਸਿਸ ਇਨ ਵੇਰੀਅਸ ਕੰਟਰੀਜ਼, ਜਿਹੜੀਆਂ ਸਾਈਟਸ ਪ੍ਰੋਟੈਕਟ ਕੀਤੀ ਗਈ ਆ ਕਿ ਉਹਨਾਂ ਬਾਰੇ ਦੱਸਦੀ ਹੈਗੀ ਹੈ। ਓਕੇ, ਥ੍ਰੈਟਨਡ ਪਲਾਂਟ ਤੇ ਐਨੀਮਲ ਦੇ ਤਾਂ ਆਪਾਂ ਨੂੰ ਪਤਾ ਹੈਗਾ। ਫਸਟ ਸਟੇਟਮੈਂਟ ਗਲਤ ਹੈ, ਤਾਂ ਜਿੱਥੇ ਯਾਨੀ ਕਿ ਫਸਟ ਸਟੇਟਮੈਂਟ ਹੈ ਉਹ ਗਲਤ ਹੋ ਜਾਊਗਾ। ਹੁਣ ਆਪਾਂ ਦੇਖਦੇ ਹਾਂ ਇਹਦਾ ਆਨਸਰ ਕੀ ਆਊਗਾ, ਯਾਨੀ ਕਿ 3 ਨੰਬਰ ਵੀ ਪ੍ਰੋਟੈਕਟਡ ਸਾਈਟਸ ਤੇ ਕੰਜ਼ਰਵੇਸ਼ਨ, ਇਹਨਾਂ ਦੋਵਾਂ ਬਾਰੇ ਦੱਸਦੀ ਹੈ ਇਹ। ਓਕੇ, ਓਨਲੀ ਫਸਟ ਜਿਹੜੀ ਸਟੇਟਮੈਂਟ ਹੈ ਇਹ ਗਲਤ ਹੈਗੀ ਹੈ। UPSC ਨੇ ਕੁਐਸਚਨ ਪੁੱਛਿਆ ਸੀਗਾ। ਓਕੇ, ਇਹ ਦੋਵੇਂ ਕੀ ਹੋ ਜਾਣਗੀਆਂ, ਸਹੀ ਹੋ ਜਾਣਗੀਆਂ। ਅੱਗੇ ਦੇਖਦੇ ਹਾਂ ਆਪਾਂ। ਹੁਣ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਬਾਰੇ ਜਾਣਦੇ ਹਾਂ ਕਿ ਆਹ ਕੀ ਚੀਜ਼ ਹੈਗੀ ਹੈ। ਦੇਖੋ ਆਪਣੇ ਇੱਥੇ ਯਾਨੀ ਕਿ 1972 ਤੋਂ ਪਹਿਲਾਂ ਆਪਣੇ ਇੱਥੇ ਟਾਈਗਰ ਬਹੁਤ ਸੀਗੇ, ਠੀਕ ਹੈ। ਵੀ ਥੋੜ੍ਹਾ ਜਿਹਾ ਪਹਿਲਾਂ 1972 ਐਕਟ ਬਾਰੇ ਦੱਸ ਦਈਏ। ਸਿਸਟਮ ਕੀ ਸੀਗਾ ਵੀ ਆਪਣੇ ਇੱਥੇ 1900 ਦੇ ਵਿੱਚ ਨਾ 40,000 ਟਾਈਗਰ ਸੀ, ਔਰ 1972 ਤੱਕ ਆਉਂਦੇ ਆਉਂਦੇ ਆਪਣੇ ਇੱਥੇ 1800 ਟਾਈਗਰ ਹੀ ਰਹਿ ਗਏ। ਵੀ ਟਾਈਗਰ ਖਤਮ ਹੋਣ ਦੇ ਕਗਾਰ ਦੇ ਉੱਤੇ ਆ ਗਏ। ਕੀ ਆਪਣੇ ਦੇਸ਼ ਦੇ ਵਿੱਚ ਇੱਦਾਂ ਦਾ ਹੋ ਰਿਹਾ ਸੀਗਾ ਕਿ ਆਪਣੇ ਇੱਥੇ ਟਾਈਗਰ ਖਤਮ ਹੋ ਰਿਹਾ? ਵੀ ਐਂ ਮੰਨ ਕੇ ਚਲੋ ਪੂਰੀ ਦੁਨੀਆ ਦੇ ਵਿੱਚ ਵਾਈਲਡ ਲਾਈਫ ਜਿਹੜੇ ਜੰਗਲੀ ਜਾਨਵਰ ਹੈਗੇ ਆ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ, ਠੀਕ ਹੈ ਨਾ। ਔਰ ਇਹ ਸਾਰੀ ਦੁਨੀਆ ਹੀ ਟੈਨਸ਼ਨ 'ਚ ਸੀ, ਕਿਉਂਕਿ ਦੇਖੋ ਜਿਵੇਂ ਆਪਣੇ ਇੱਥੇ ਯਾਨੀ ਕਿ ਟਾਈਗਰ ਖਤਮ ਹੁੰਦੇ ਜਾ ਰਹੇ ਸੀਗੇ, ਇੱਦਾਂ ਹੀ ਪੂਰੀ ਦੁਨੀਆ ਦੇ ਵਿੱਚ ਜਿਵੇਂ ਰਸ਼ੀਆ ਦੇ ਵਿੱਚ ਮਿਲਦਾ ਸਾਈਬੇਰੀਅਨ ਟਾਈਗਰ, ਬੜਾ ਹੀ ਵਧੀਆ ਅਤੇ ਬੜਾ ਹੀ ਸੋਹਣਾ ਦੇਖਣ ਦੇ ਵਿੱਚ ਹੈ, ਪਰ ਕੋਲੇ ਨਹੀਂ ਜਾਣਾ ਚਾਹੀਦਾ, ਠੀਕ ਹੈ। ਨਹੀਂ ਤਾਂ ਫਿਰ ਉਹ ਆਪਾਂ ਨੂੰ ਦੇਖਣ 'ਚ ਸੋਹਣਾ ਲੱਗਦਾ, ਜਦੋਂ ਕੋਲੇ ਜਾਂਦੇ ਉਦੋਂ ਵੀ ਪਤਾ ਲੱਗਦਾ ਹੈ। ਤਾਂ ਇਹ ਬੜਾ ਹੀ ਵਧੀਆ ਟਾਈਗਰ ਸੀਗਾ। ਹੁਣ ਥੋੜ੍ਹੇ ਜਿਹੇ ਰਹਿ ਗਏ ਉਹ ਸਾਈਬੇਰੀਅਨ ਟਾਈਗਰ, ਠੀਕ ਹੈ ਨਾ। ਵੀ ਜੰਗਲੀ ਜਾਨਵਰ ਖਤਮ ਹੋਈ ਜਾ ਰਹੇ ਸੀਗੇ, ਅਤੇ ਐਂ ਮੰਨ ਕੇ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਜੰਗਲੀ ਜਾਨਵਰ ਖਤਮ ਹੋ ਜਾਣਗੇ, ਐਂ ਲੱਗ ਰਿਹਾ ਸੀਗਾ। ਤਾਂ ਕੀ ਕੀਤਾ ਗਿਆ, ਸਟਾਕਹੋਮ ਦੇ ਵਿੱਚ ਇੱਕ ਕਨਵੈਨਸ਼ਨ ਰੱਖਿਆ ਗਿਆ ਕਿ ਆਪਾਂ ਨੇ ਜੰਗਲੀ ਜਾਨਵਰ ਬਚਾਉਣੇ ਹੈ, ਠੀਕ ਹੈ ਨਾ। ਪੂਰੀ ਦੁਨੀਆ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ, ਇੰਡੀਆ ਵੀ ਉਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਇੰਦਰਾ ਗਾਂਧੀ ਜਦੋਂ ਉੱਥੇ ਗਈ, ਇੰਦਰਾ ਗਾਂਧੀ ਨੇ ਆਉਂਦੇ ਹੀ ਇੱਕ ਐਕਟ ਪਾਸ ਕਰ ਦਿੱਤਾ, ਕਹਿੰਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਉਹ ਨਾਲ ਦੀ ਨਾਲ ਪਾਸ ਕਰ ਦਿੱਤਾ। ਅਤੇ ਉਸ ਨੇ ਕਿਹਾ ਕਿ ਆਪਾਂ ਨੇ ਇਹਨਾਂ ਨੂੰ ਬਚਾਉਣਾ ਹੈ। ਔਰ ਇਕੱਲੇ ਯਾਨੀ ਕਿ ਵਾਈਲਡ ਲਾਈਫ ਹੀ ਨਹੀਂ, ਆਪਾਂ ਨੇ ਪਲਾਂਟਸ ਜਿਹੜੇ ਪੌਦੇ ਹੈਗੇ ਆ ਉਹਨਾਂ ਨੂੰ ਵੀ ਬਚਾਉਣਾ, ਠੀਕ ਹੈ। ਕਿਉਂਕਿ ਦੇਖੋ ਜਿਵੇਂ ਇੱਕ ਮੂਵੀ ਆਈ ਹੈ ਪੁਸ਼ਪਾ, ਜਿਹੜੀ ਪੁਸ਼ਪਾ ਮੂਵੀ ਹੈ ਉਹ ਦੱਸਦੀ ਹੈ ਕਿ ਕਰਨਾਟਕਾ ਦੇ ਵਿੱਚ ਇੱਕ ਨਾ ਯਾਨੀ ਕਿ ਰੈੱਡ ਯਾਨੀ ਕਿ ਉਹ ਹੈਗੀ ਸੈਂਡਲਵੁੱਡ ਯਾਨੀ ਕਿ ਲਾਲ ਚੰਦਨ, ਉਹਦੀ ਯਾਨੀ ਕਿ ਸਮਗਲਿੰਗ ਹੁੰਦੀ ਹੈ। ਇੱਕ ਡਾਕੂ ਸੀਗਾ ਬਿਰਪਨ ਡਾਕੂ, ਠੀਕ ਹੈ। ਜਿਹੜਾ ਬਿਰਪਨ ਡਾਕੂ ਸੀਗਾ ਉਹ ਐ ਮੰਨ ਕੇ ਚਲੋ ਸਰਕਾਰ ਨੇ ਉਹਦੇ 'ਤੇ 100 ਕਰੋੜ ਦਾ ਇਨਾਮ ਰੱਖਿਆ ਹੋਇਆ ਸੀਗਾ। ਉਸ ਬੰਦੇ ਨੇ 184 ਕਤਲ ਕੀਤੇ ਹੋਏ ਸੀ, ਔਰ 100 ਤੋਂ ਜ਼ਿਆਦਾ ਤਾਂ ਉਹਨੇ ਪੁਲਿਸ ਵਾਲੇ ਮਾਰੇ ਹੋਏ ਸੀ, ਜਿਹਦੇ ਉੱਤੇ ਮੂਵੀ ਬਣਨ ਜਾ ਰਹੀ ਹੈਗੀ ਪੁਸ਼ਪਾ। ਅਤੇ ਐ ਮੰਨ ਕੇ ਚੱਲੋ ਵੀ ਉਹ ਸਿਰਫ ਲਾਲ ਚੰਦਨ ਦਾ ਸਮਗਲਿੰਗ ਕਰਦਾ ਸੀਗਾ। ਔਰ ਲਾਲ ਚੰਦਨ ਜਿਹੜਾ ਹੈਗਾ ਉਸ ਦੀ ਸਮਗਲਿੰਗ ਨਹੀਂ, ਉਹ ਹਾਥੀ ਦੇ ਦੰਦ ਵੀ ਵੇਚਦਾ ਹੁੰਦਾ ਸੀਗਾ। ਇੰਨੀ ਸਾਰੀ ਸਮਗਲਿੰਗ ਉਹ ਕਰਦਾ ਸੀਗਾ, ਇੰਨੇ ਸਾਰੇ ਯਾਨੀ ਕਿ ਉਹ ਇਲੀਗਲ ਵਰਕ ਕਰਦਾ ਸੀਗਾ, ਜਿਹਦੇ ਕਰਕੇ ਸਰਕਾਰ ਨੇ 100 ਕਰੋੜ ਦਾ ਇਨਾਮ ਰੱਖਿਆ ਹੋਇਆ ਸੀ ਉਸ ਬੰਦੇ ਦੇ ਉੱਤੇ। ਅਤੇ ਉਹ ਜਿਹੜਾ ਬੰਦਾ ਸੀਗਾ ਉਹ ਤਾਂ ਪੂਰਾ ਫ੍ਰੀ ਰਹਿੰਦਾ ਸੀਗਾ, ਟੈਨਸ਼ਨ ਕੋਈ ਨਹੀਂ ਸੀ, ਪੂਰਾ ਦਬਦਬਾ ਸੀਗਾ ਉਹਦਾ। ਕਰਨਾਟਕਾ, ਤਾਮਿਲਨਾਡੂ ਅਤੇ ਕੇਰਲਾ, 3 ਸਟੇਟ ਦੀ ਪੁਲਿਸ ਉਹਦੇ ਪਿੱਛੇ ਪਈ ਹੋਈ ਸੀ, 3 ਸਟੇਟ ਦੀ, ਠੀਕ ਹੈ ਨਾ। ਤਾਂ ਇੱਦਾਂ ਹੁੰਦਾ ਹੈਗਾ। ਅਤੇ ਇਹਦੇ ਕਰਕੇ ਸਰਕਾਰ ਕਹਿੰਦੀ ਕਿ ਆਪਾਂ ਨੇ ਇਕੱਲੇ ਜੰਗਲੀ ਜਾਨਵਰ ਨਹੀਂ, ਆਪਣੇ ਪਲਾਂਟਸ ਦਰਖਤ ਇਹਨਾਂ ਦੀ ਵੀ ਯਾਨੀ ਕਿ ਆਪਾਂ ਨੇ ਕਾਂਟਾ ਛਟਾਈ ਕਰਨੀ ਹੈਗੀ ਹੈ, ਯਾਨੀ ਕਿ ਇਹਨਾਂ ਨੂੰ ਵੀ ਰੋਕਣਾ ਹੈਗਾ। ਤਾਂ ਇਹਦੇ ਵਾਸਤੇ ਉਹ ਕਹਿੰਦੇ ਕਿ ਸ਼ਡਿਊਲ ਬਣਨਗੇ। ਹੁਣ ਇਹ ਸ਼ਡਿਊਲ ਕੀ ਹੁੰਦਾ, ਦੇਖੋ 6 ਸ਼ਡਿਊਲ ਨੇ। ਜਿਵੇਂ ਕਾਲਾ ਹਿਰਨ, ਸਲਮਾਨ ਖਾਨ ਨੇ ਕਾਲਾ ਹਿਰਨ ਮਾਰਿਆ ਸੀਗਾ, ਕਾਲਾ ਹਿਰਨ ਸ਼ਡਿਊਲ 1 'ਚ ਆ ਜਾਂਦਾ। ਹੁਣ ਉਹਨੇ ਕਾਲਾ ਹਿਰਨ ਤਾਂ ਮਾਰ ਦਿੱਤਾ ਬੰਦੇ ਨੇ, ਪਰ ਉਹ ਹਜੇ ਤੱਕ ਤਰੀਕਾਂ ਭੁਗਤੀ ਜਾਂਦਾ ਹੈਗਾ। ਕਿਉਂ ਭੁਗਤੀ ਜਾਂਦਾ? ਕਿਉਂਕਿ ਉਹਨੇ ਕਾਲਾ ਹਿਰਨ ਮਾਰ ਦਿੱਤਾ, ਔਰ ਕਾਲਾ ਹਿਰਨ ਸ਼ਡਿਊਲ 1 'ਚ ਆਉਂਦਾ। ਔਰ ਸ਼ਡਿਊਲ 1 ਦੇ ਵਿੱਚ ਜਿਹੜੇ ਜਾਨਵਰ ਅਤੇ ਜਿਹੜੇ ਦਰਖਤ ਨੂੰ ਜਾਂ ਫਿਰ ਜਿਹੜੀ ਸਪੀਸ਼ੀਜ਼ ਨੂੰ ਉਹਨਾਂ ਨੇ ਪਾ ਦਿੱਤਾ ਨਾ, ਉਹਦੇ ਉੱਤੇ ਤਾਂ ਸਜ਼ਾ ਹੈਗੀ ਹੈ, ਬੜੀ ਹੀ ਸਖਤ ਸਜ਼ਾ। ਸਲਮਾਨ ਖਾਨ ਵਰਗਿਆਂ ਨੇ ਅਤੇ ਤੱਬੂ ਵਰਗਿਆਂ ਨੇ 2 ਯਾਨੀ ਕਿ ਹਿਰਨ ਮਾਰੇ ਸੀ, ਕਾਲੇ ਹਿਰਨ, ਅੱਜ ਤੱਕ ਤਰੀਕਾਂ ਚੱਲੀ ਜਾ ਰਹੀਆਂ ਨੇ। ਟਾਈਗਰ ਹੈ, ਇਹ ਟਾਈਗਰ ਵੀ ਇਸ ਦੇ ਵਿੱਚ ਆ ਜਾਂਦਾ ਹੈਗਾ, ਸ਼ਡਿਊਲ 1 'ਚ ਆ ਜਾਂਦਾ ਹੈਗਾ, ਠੀਕ ਹੈ। ਜਿਹੜੀ ਚੀਜ਼ ਸ਼ਡਿਊਲ 1 'ਚ ਆ ਗਈ ਉਹਦੇ ਉੱਤੇ ਤਾਂ ਬਹੁਤ ਜ਼ਿਆਦਾ ਰੋਕ ਹੈਗੀ ਹੈ, ਉਹਨੂੰ ਤੁਸੀਂ ਬਿਲਕੁਲ ਨਹੀਂ ਮਾਰ ਸਕਦੇ। ਜਿਵੇਂ ਫਿਸ਼ਿੰਗ ਕੈਟ ਹੈ, ਫਿਸ਼ਿੰਗ ਕੈਟ ਸ਼ਡਿਊਲ 1 'ਚ ਆ ਜਾਂਦੀ ਹੈ, ਉਹਨੂੰ ਨਹੀਂ ਮਾਰ ਸਕਦੇ, ਠੀਕ ਹੈ ਨਾ। ਉਹ ਇਸ ਤੋਂ ਇਲਾਵਾ ਯਾਨੀ ਕਿ ਸ਼ਡਿਊਲ 2 ਵੀ ਆ ਜਾਂਦੀ ਹੈ। ਸ਼ਡਿਊਲ 2 ਦੇ ਵਿੱਚ ਕੀ ਹੈ ਵੀ ਸ਼ਡਿਊਲ 2 ਦੇ ਵਿੱਚ ਵੀ ਨਹੀਂ ਮਾਰ ਸਕਦੀ, ਠੀਕ ਹੈ ਨਾ, ਉਹਦੇ ਉੱਤੇ ਵੀ ਰੋਕ ਹੈਗੀ ਹੈ। ਉਸ ਤੋਂ ਬਾਅਦ ਦੇਖੋ ਇੱਕ ਹੁਣੇ ਇੱਕ ਐਕਟ ਪਾਸ ਕੀਤਾ ਗਿਆ ਸਰਕਾਰ ਨੇ, ਵਾਈਲਡ ਲਾਈਫ ਪ੍ਰੋਟੈਕਸ਼ਨ ਬਿੱਲ 2021। ਉਹ ਕਹਿੰਦੇ ਕਿ ਇਹ ਜਿਹੜਾ ਫੋਰੈਸਟ ਮਿਨਿਸਟਰ ਹੈ ਭੁਪਿੰਦਰ ਯਾਦਵ, ਇਹਨੇ ਇੰਟਰੋਡਿਊਸ ਕੀਤਾ ਲੋਕ ਸਭਾ ਦੇ ਵਿੱਚ ਕਿ ਇਹਦੇ ਵਿੱਚ ਕੁਝ ਸੁਧਾਰ ਕੀਤਾ ਜਾਵੇ। ਸੁਧਾਰ ਕਰਨ ਦੀ ਗੱਲ ਚੱਲ ਰਹੀ ਹੈਗੀ ਹੈ, ਤਾਂ ਉਹ ਕਹਿੰਦੇ ਕਿ ਇਹਨੂੰ ਬਦਲੋ, ਜਿਹੜੇ ਸ਼ਡਿਊਲ ਹੈ ਉਹ ਵੀ ਕਹਿੰਦੇ ਘੱਟ ਕਰੋ,
ਜੀ 6 ਸ਼ਡਿਊਲ ਹਨ, ਇਹਨੂੰ 4 ਕਰ ਦਿਓ। ਇੱਕ ਗੱਲ ਉਹ ਐਂ ਵੀ ਕਰ ਰਿਹਾ ਕਿ ਦੇਖੋ ਇੱਕ ਨਾ ਸਾਈਟਸ ਹੈ, ਸਾਈਟਸ ਦੇ ਨਾਲ ਵੀ ਇਹਦਾ ਕੋਈ ਯਾਨੀ ਕਿ ਰੌਲਾ ਜਿਹਾ ਪੈਂਦਾ ਹੈਗਾ। ਹੁਣ ਆਪਾਂ ਜਦੋਂ ਪਾਸ ਹੋਗਾ ਉਦੋਂ ਉਸ ਦੇ ਉੱਤੇ ਚਰਚਾ ਕਰਾਂਗੇ, ਠੀਕ ਹੈ। ਫਿਲਹਾਲ ਦੇ ਲਈ ਆਪਾਂ ਇਹ ਦੇਖ ਲਈਏ ਕਿ ਹਾਂ ਵੀ ਸਾਈਟਸ ਕੀ ਹੁੰਦਾ ਹੈ। ਦੇਖੋ ਸਾਈਟਸ ਕੀ ਹੈ? ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਸਪੀਸੀਜ਼ ਆਫ ਵਾਈਲਡ ਫਲੋਰਾ ਐਂਡ ਫੌਨਾ, ਠੀਕ ਹੈ। ਵੀ ਇਹ ਸਾਈਟਸ ਜਿਹੜੀ ਹੈਗੀ ਆ ਉਹਨਾਂ ਚੀਜ਼ਾਂ ਦੇ ਉੱਤੇ ਰੋਕ ਲਗਾਉਂਦੀ ਹੈ, ਯਾਨੀ ਕਿ ਜਿਹੜੀ ਖਤਮ ਹੋਣ ਦੀ ਕਗਾਰ ਦੇ ਉੱਤੇ ਹੈ ਉਹਨਾਂ ਦੇ ਵਪਾਰ ਦੇ ਉੱਤੇ, ਠੀਕ ਹੈ। ਔਰ ਇਸ ਨੂੰ ਵਾਸ਼ਿੰਗਟਨ ਕਨਵੈਨਸ਼ਨ ਵੀ ਕਹਿ ਦਿੰਦੇ ਆ, ਠੀਕ ਹੈ। ਜਿਵੇਂ 1972 ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ, ਉਹ ਸਟਾਕਹੋਮ ਦੇ ਵਿੱਚ ਕਨਵੈਨਸ਼ਨ ਹੋਈ ਸੀ, ਉਸ ਤੋਂ ਬਾਅਦ ਇਹ ਹੋਂਦ ਦੇ ਵਿੱਚ ਆਇਆ। ਇਸੇ ਤਰ੍ਹਾਂ ਹੀ ਸਾਈਟਸ ਜਿਹੜਾ ਹੈਗਾ ਉਹ ਵਾਸ਼ਿੰਗਟਨ ਕਨਵੈਨਸ਼ਨ ਹੋਈ ਸੀ, ਉਸ ਤੋਂ ਬਾਅਦ ਇਹ ਹੋਂਦ ਦੇ ਵਿੱਚ ਆਇਆ ਸੀਗਾ, ਔਰ ਇਹਨੂੰ ਵਾਸ਼ਿੰਗਟਨ ਕਨਵੈਨਸ਼ਨ ਕਹਿ ਦਿੰਦੇ ਆ। ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਆ ਪੁਸ਼ਪਾ ਮੂਵੀ ਦੀ, ਕਿ ਪੁਸ਼ਪਾ ਮੂਵੀ ਦੇ ਵਿੱਚ ਲਾਲ ਚੰਦਨ ਵੇਚਿਆ ਜਾਂਦਾ ਹੈਗਾ, ਔਰ ਇਹ ਜਿਹੜਾ ਲਾਲ ਚੰਦਨ ਹੈ ਇਹ ਜਾਪਾਨ ਦੇ ਵਿੱਚ ਵੇਚਦੇ ਨੇ। ਜਦੋਂ ਜਾਪਾਨ ਦੇ ਵਿੱਚ ਇਹ ਵੇਚਦੇ ਆ ਨਾ, ਇਹਦੀ ਕੀਮਤ ਬੜੀ ਜ਼ਿਆਦਾ ਹੁੰਦੀ ਹੈ। ਹੁਣ ਜਿਹੜਾ ਲਾਲ ਚੰਦਨ ਹੈ ਉਹ ਪੂਰੇ ਦੁਨੀਆ ਦੇ ਵਿੱਚ ਜੇ ਕਿਤੇ ਮਿਲਦਾ ਉਹ ਇੰਡੀਆ 'ਚ ਹੀ ਮਿਲਦਾ, ਔਰ ਇੰਡੀਆ ਦੇ ਵਿੱਚ ਵੀ ਕਿਤੇ ਕਰਨਾਟਕਾ ਦੇ ਵਿੱਚ ਮਿਲਦਾ, ਠੀਕ ਹੈ। ਔਰ ਕਰਨਾਟਕਾ ਦੇ ਵਿੱਚ ਜੇ ਮਿਲਦਾ ਐ ਮੰਨ ਕੇ ਚੱਲੋ ਲਾਲ ਚੰਦਨ ਦੀ ਕੀਮਤ ਬਹੁਤ ਜ਼ਿਆਦਾ ਹੈਗੀ ਹੈ, ਠੀਕ ਹੈ ਨਾ। ਜੇ ਕੋਈ ਉਸਦਾ ਟ੍ਰੇਡ ਕਰੂਗਾ, ਵਪਾਰ ਕਰੂਗਾ ਤਾਂ ਉਹਦੇ 'ਤੇ ਰੋਕ ਹੈ, ਬਹੁਤ ਹੀ ਜ਼ਿਆਦਾ ਰੋਕ ਹੈ। ਤਾਂ ਹੀ ਤਾਂ ਜਿਹੜਾ ਵਿਰਪਨ ਸੀਗਾ ਉਹਦੇ ਤੋਂ 100 ਕਰੋੜ ਦਾ ਇਨਾਮ ਸੀਗਾ, ਉਹ ਵੇਚਦਾ ਹੀ ਲਾਲ ਚੰਦਨ ਸੀਗਾ, ਹਾਥੀ ਦੇ ਦੰਦ ਸੀਗੇ। ਤਾਮਿਲਨਾਡੂ, ਕਰਨਾਟਕ, ਕੇਰਲਾ, ਠੀਕ ਹੈ, ਐਵੇਂ ਤਾਂ ਨਹੀਂ ਪਿੱਛੇ ਪਿਆ ਸੀ ਉਸ 'ਤੇ। ਇੱਦਾਂ ਕੀ ਆਹੀ ਹੈ ਇਕੱਲਾ? ਇਹੀ ਨਹੀਂ, ਅਫਰੀਕਾ ਦੇ ਵਿੱਚ ਜਿਹੜੇ ਹਾਥੀ ਹੈ ਉਹਨਾਂ ਦੀ ਜਿਹੜੀ ਸੁੰਡ ਹੈਗੀ ਆ ਉਹ ਵੇਚੀ ਜਾਂਦੀ ਹੈ, ਬੜੀ ਮਹਿੰਗੀ ਵਿਕਦੀ ਹੈ। ਆਪਣੇ ਇੱਥੇ ਜਿਹੜੇ ਟਾਈਗਰ ਹੈ, ਟਾਈਗਰ ਦੀ ਖੱਲ ਵੇਚੀ ਜਾਂਦੀ ਹੈ, ਜਿਹੜੀ ਬੜੀ ਮਹਿੰਗੀ ਵਿਕਦੀ ਹੈ। ਕਿਸੇ ਆਦੀਵਾਸੀ ਨੂੰ ਕਹਿ ਦੇਣ ਇੱਕ ਟਾਈਗਰ ਦਾ ਤੁਹਾਨੂੰ 1 ਲੱਖ ਰੁਪਇਆ ਦੇਵਾਂਗੇ, ਉਹ ਕਹਿੰਦਾ ਪੰਜ ਟਾਈਗਰ ਮਾਰ ਕੇ ਲਿਆ ਦਾਂਗੇ ਜੀ, 5 ਲੱਖ ਰੁਪਇਆ ਦੇ ਦਿਓ। ਅਗਲੀ ਦੀ ਤਾਂ ਚਾਂਦੀ ਬਣ ਗਈ ਨਾ। ਹੁਣ ਉਹ ਐਂ ਥੋੜ੍ਹਾ ਦੇਖੂਗਾ ਕਿ ਇਹ ਖਤਮ ਹੋਣ ਦੀ ਕਗਾਰ ਦੇ ਉੱਤੇ ਆ, ਉਹਦੇ ਸਾਹਮਣੇ ਤਾਂ ਹੀ ਦਿਖੂਗਾ ਕਿ ਲੱਖ ਰੁਪਏ ਮਿਲ ਰਿਹਾ ਹੈਗਾ, ਜਦਕਿ ਇਹਨਾਂ ਦੇ ਉੱਤੇ ਰੋਕ ਹੈਗੀ ਹੈ। ਇਹ ਯਾਨੀ ਕਿ ਇਹਦਾ ਕੋਈ ਵਪਾਰ ਕਰਦਾ ਹੈਗਾ ਤਾਂ ਐ ਮੰਨ ਕੇ ਚੱਲੋ, ਸਿੰਪਲ ਜੀ ਗੱਲ ਸਮਝਦੇ ਹਾਂ। ਟਾਈਗਰ ਹੈ, ਟਾਈਗਰ 500 ਕੇ ਰਹਿ ਗਏ, ਵੈਸੇ ਤਾਂ 2500 ਹੈ, ਇਹ ਮੰਨ ਕੇ ਚੱਲਦੇ ਆਪਾਂ, ਚਲੋ 2500 ਰਹਿ ਗਏ, ਠੀਕ ਹੈ। 2500 ਟਾਈਗਰ ਹੈ। ਇਹ ਟਾਈਗਰ ਦੇ ਉੱਤੇ ਯਾਨੀ ਕਿ ਜਿਵੇਂ ਚਾਈਨਾ ਵਾਲੇ ਆ ਉਹ ਐਂ ਕਹਿੰਦੇ ਕਿ ਅਸੀਂ ਤੁਹਾਨੂੰ ਇੱਕ ਟਾਈਗਰ ਦਾ ਯਾਨੀ ਕਿ ਪੈਸੇ ਦੇ ਰਹੇ ਹਾਂ, ਤੁਸੀਂ ਸਾਨੂੰ ਮਾਰ ਕੇ ਲਿਆ ਕੇ ਦਿਓ। ਹੁਣ ਉਹਨਾਂ ਨੇ ਤਾਂ ਮਿੰਟੋ ਮਿੰਟੀ ਖਤਮ ਕਰ ਦੇਣੇ ਨਾ, 10 ਜਣੇ ਜਾਣਗੇ ਮਾਰਨ ਵਾਸਤੇ, ਫਿਰ ਆਪਾਂ ਵੰਡ ਲਾਂਗੇ ਪੈਸੇ, ਇਕੱਲਾ ਬੰਦਾ ਤਾਂ ਮਾਰ ਵੀ ਨਹੀਂ ਸਕਦਾ। ਜਿਵੇਂ ਹਾਥੀ ਦੇ ਦੰਦ ਹੈ, ਹਾਥੀ ਦੰਦ ਬੜੇ ਮਹਿੰਗੇ ਵਿਕਦੇ ਆ, ਉਹ ਕਹਿੰਦਾ ਕਿ ਤੁਸੀਂ ਹਾਥੀ ਦੇ ਦੰਦ ਲੈ ਕੇ ਆਓ ਅਤੇ ਸਾਡੇ ਤੋਂ ਮੂੰਹ ਮੰਗੀ ਕੀਮਤ ਲੈ ਲਓ। ਅਤੇ ਫਿਰ ਹਾਥੀ ਦੇ ਦੰਦ ਲਿਆਉਣ ਤੋਂ ਪਹਿਲਾਂ ਹਾਥੀ ਨੂੰ ਮਾਰਨਾ ਪੈਣਾ ਨਾ, ਐਂ ਤਾਂ ਹਾਥੀ ਦੇ ਦੰਦ ਆਉਣ ਤੋਂ ਰਹੇ, ਐਂ ਹੁੰਦਾ ਹੈਗਾ, ਠੀਕ ਹੈ ਨਾ। ਤਾਂ ਇਹ ਹੈਗੀ ਸਾਈਟਸ ਜੋ ਯਾਨੀ ਕਿ ਟ੍ਰੇਡ ਵਪਾਰ ਦੇ ਉੱਤੇ ਰੋਕ ਲਗਾਉਂਦੀ ਹੈਗੀ ਆ, ਔਰ ਇਹ 3 ਮਾਰਚ 1973 ਨੂੰ ਸਾਈਨ ਹੋਈ ਸੀ, ਔਰ ਇਸੇ ਦਿਨ ਵਾਈਲਡ ਲਾਈਫ ਡੇ ਵੀ ਮਨਾਇਆ ਜਾਂਦਾ ਹੈਗਾ। ਔਰ ਇਹ ਵਪਾਰ ਦੇ ਉੱਤੇ ਰੋਕ ਲਗਾਉਂਦੀ ਹੈਗੀ ਆ ਜੋ ਇਹੋ ਜਿਹੀ ਚੀਜ਼ਾਂ ਦਾ ਵਪਾਰ ਕਰਦੇ ਹੈਗੇ ਆ ਜਿਹੜੇ ਯਾਨੀ ਕਿ ਖਤਮ ਹੋਣ ਦੀ ਕਗਾਰ ਦੇ ਉੱਤੇ ਹੈਗੇ ਆ, ਓਕੇ। ਔਰ ਇਹ UNEP ਉਹਦੇ ਅੰਡਰ ਦੇ ਵਿੱਚ ਕੰਮ ਕਰਦੀ ਹੈ। ਹਰ 3 ਸਾਲਾਂ ਬਾਅਦ ਇਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ, ਇਸ ਮੀਟਿੰਗ ਨੂੰ ਕਿਹਾ ਜਾਂਦਾ ਕਾਨਫਰੰਸ ਆਫ ਪਾਰਟੀਜ਼। ਔਰ ਇੱਕ COP ਇੱਕ ਹੋਰ ਹੁੰਦੀ ਹੈ ਜੋ ਕਲਾਈਮੇਟ ਚੇਂਜ ਦੇ ਉੱਤੇ ਹੁੰਦੀ ਹੈ, ਉਹ ਅਲੱਗ ਹੁੰਦੀ ਹੈਗੀ ਹੈ, ਠੀਕ ਹੈ। ਔਰ ਇਹਦੇ ਵਿੱਚ ਅਪੈਂਡਿਕਸ ਹੁੰਦੀਆਂ ਨੇ, ਅਪੈਂਡਿਕਸ 1, ਅਪੈਂਡਿਕਸ 2, ਅਪੈਂਡਿਕਸ 3, ਠੀਕ ਹੈ। ਅਪੈਂਡਿਕਸ 1 ਕੀ ਕਹਿੰਦੀ ਹੈਗੀ ਹੈ ਵੀ ਟੋਟਲੀ ਬੈਨ ਹੈ, ਵੀ ਜੇ ਕੋਈ ਇਸ ਦਾ ਵਪਾਰ ਕਰੂਗਾ ਉਹਦੇ ਉੱਤੇ ਟੋਟਲੀ ਕੰਪਲੀਟਲੀ ਬੈਨ ਹੈ, ਠੀਕ ਹੈ ਨਾ। ਔਰ ਅਪੈਂਡਿਕਸ 2 ਦੇ ਵਿੱਚ ਕੀ ਆ ਜਾਂਦਾ ਹੈ ਕਿ ਵਪਾਰ ਕਰ ਸਕਦੇ ਹੋ ਬਟ ਕੰਟਰੋਲ ਦੇ ਵਿੱਚ, ਪਰਮਿਸ਼ਨ ਦੇ ਨਾਲ, ਕਿਉਂਕਿ ਕੁਝ ਕੇ ਪਲਾਂਟਸ ਇਹੋ ਜਿਹੇ ਹੋਣਗੇ ਜਿਨ੍ਹਾਂ ਤੋਂ ਦਵਾਈਆਂ ਵਗੈਰਾ ਬਣਦੀਆਂ ਹੋਣਗੀਆਂ, ਅਤੇ ਉਹ ਪਲਾਂਟ ਜਿਹੜੇ ਹੈਗੇ ਆ ਉਹਨਾਂ ਦਾ ਵਪਾਰ ਕੀਤਾ ਜਾ ਸਕਦਾ ਬਟ ਪਰਮਿਸ਼ਨ ਦੇ ਨਾਲ, ਠੀਕ ਹੈ। ਇੱਕ ਆਉਂਦਾ ਅਪੈਂਡਿਕਸ 3 ਜਿਹਦੇ ਵਿੱਚ ਐਂ ਕਿਹਾ ਜਾਂਦਾ ਕਿ ਇਹ ਜਿਹੜਾ ਹੈਗਾ ਕੰਟਰੀ ਇੱਕ ਪ੍ਰੋਟੈਕਟਡ ਹੈਗੀ ਆ, ਇੱਕ ਕੰਟਰੀ ਨੇ ਰੋਕਿਆ ਹੋਇਆ ਇਸ ਨੂੰ, ਠੀਕ ਹੈ। ਜਦੋਂ ਇੱਕ ਕੰਟਰੀ ਉਹਨੂੰ ਰੋਕਦੀ ਹੈ ਤਾਂ ਉਹ ਬਾਕੀਆਂ ਨੂੰ ਫਿਰ ਐਂ ਕਹਿੰਦੀ ਹੈ ਕਿ ਹਾਂ ਜੀ ਅਸੀਂ ਰੋਕਿਆ ਹੋਇਆ, ਤੁਸੀਂ ਇਸ ਦਾ ਵਪਾਰ ਰੋਕੋ, ਠੀਕ ਹੈ। ਇਸ ਤਰ੍ਹਾਂ ਕਰਕੇ 3 ਅਪੈਂਡਿਕਸ ਹੈ ਇਸ ਦੇ ਵਿੱਚ। ਹੁਣ ਇਹਦੇ ਉੱਤੇ ਇੱਕ ਕੁਐਸਚਨ ਦੇਖ ਲੈਂਦੇ ਹਾਂ, ਇਹ ਪੁਰਾਣਾ ਕੁਐਸਚਨ ਹੈ PPSC ਦਾ। ਸਾਈਟਸ ਬਾਰੇ ਆਪਾਂ ਕੀ ਜਾਣਦੇ ਹਾਂ? ਕਹਿੰਦਾ ਇਟ ਕੰਟੇਨ ਪ੍ਰੋਵੀਜ਼ਨ ਟੂ ਪ੍ਰੋਟੈਕਟ ਵਾਈਲਡ ਲਾਈਫ ਸਪੀਸੀਜ਼ ਫਰੋਮ ਇਲੀਗਲ ਟ੍ਰੇਡ, ਹੈਬਿਟੇਟ ਡਿਸਟਰਕਸ਼ਨ ਐਂਡ ਕਲਾਈਮੇਟ ਚੇਂਜ। ਯਾਨੀ ਕਿ ਟ੍ਰੇਡ ਦੇ ਉੱਤੇ ਰੋਕ ਲਗਾਉਂਦੀ ਹੈਗੀ ਹੈ, ਇਹਦੇ ਉੱਤੇ ਇਹ ਪ੍ਰੋਵੀਜ਼ਨ ਰੱਖੀਆਂ ਗਈਆਂ। ਯਾਨੀ ਕਿ ਇਟ ਰਿਲਾਈਜ਼ ਰੈਡ ਲਿਸਟ ਆਫ ਇੰਡੇਂਜਰ ਸਪੀਸੀਜ਼ ਵਿਦ ਦ ਹੈਲਪ ਆਫ IUCN। ਦੇਖੋ ਟ੍ਰੇਡ ਦੇ ਉੱਤੇ ਰੋਕ ਲਗਾਉਂਦੀ ਹੈ ਇਹ ਸਾਈਟਸ ਦਾ। IUCN ਵਾਲੀ ਜਿਹੜੀ ਲਿਸਟ ਹੈ, ਰੈਡ ਲਿਸਟ, ਉਹ ਅਲੱਗ ਹੈਗੀ ਆ, ਇਹਦੇ ਉੱਤੇ ਆਪਾਂ ਕੁਝ ਨਹੀਂ ਕਹਿ ਸਕਦੇ। ਤਾਂ ਇਹਦੇ ਵਿੱਚ ਆਨਸਰ ਕਿਹੜਾ ਆਊਗਾ? ਓਨਲੀ ਫਸਟ, ਇਹੀ ਸਹੀ ਹੋਊਗਾ, ਸੈਕਿੰਡ ਤਾਂ ਗਲਤ ਹੋ ਜਾਊਗਾ, ਠੀਕ ਹੈ ਨਾ। ਤਾਂ ਆਪਾਂ ਦੇਖਦੇ ਹੈਗੇ ਆ, ਇਹ ਕੁਐਸਚਨ ਹੈ ਤਾਂ ਆਨਸਰ क्या होगा? ओनली 1, ठीक है ना। तो ये साइट्स है। आगे देखते हैं ਆਪਾਂ। देखो
ਤਾਂ ਪਹਿਲਾਂ ਇਹਦੇ ਬਾਰੇ ਜਾਣ ਲਓ। ਗ੍ਰੇਟ ਗ੍ਰੀਨ ਵਾਲ ਇਹ ਨਿਊਜ਼ ਦੇ ਵਿੱਚ ਹੈ। ਤਾਂ ਪਹਿਲੀ ਗੱਲ ਤੁਹਾਨੂੰ ਮੈਂ ਦੱਸ ਦਵਾਂ, ਗ੍ਰੇਟ ਗ੍ਰੀਨ ਵਾਲ ਹੈ ਕੀ ਚੀਜ਼? ਇਹ ਇੱਕ ਦੀਵਾਰ ਬਣਾਈ ਜਾਊਗੀ ਇਸ ਤਰ੍ਹਾਂ। ਇਹ ਜਿਹੜੀ ਦੀਵਾਰ ਬਣਾਈ ਜਾ ਰਹੀ ਹੈ, ਇਹ ਕਿਉਂ ਬਣਾਈ ਜਾ ਰਹੀ ਹੈ? ਕਿਉਂਕਿ ਇੱਥੇ ਮਾਰੂਥਲ ਹੈ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਹ ਕਿਹੜਾ ਮਾਰੂਥਲ ਹੈ। ਇਹ ਹੈ ਜੀ ਸਹਾਰਾ ਮਾਰੂਥਲ। ਔਰ ਇਸ ਮਾਰੂਥਲ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਣ ਨਹੀਂ ਦੇਣਾ, ਕਹਿੰਦੇ ਪੂਰੇ ਅਫਰੀਕਾ ਦੇ ਵਿੱਚ ਇਹਨਾਂ ਨੇ ਫੈਲਣ ਨਹੀਂ ਦੇਣਾ, ਜਿਹਦੇ ਕਰਕੇ ਦੀਵਾਰ ਬਣਾਈ ਜਾ ਰਹੀ ਹੈ। ਔਰ ਇਸ ਦੀਵਾਰ ਜਿਹੜੀ ਹੈਗੀ ਹੈ ਇਹਨੂੰ ਕਹਿੰਦੇ ਸਾਹਿਲ ਰੀਜਨ। ਔਰ ਇਸ ਦਾ ਟਾਰਗੇਟ ਰੱਖਿਆ 2030 ਤੱਕ ਕਹਿੰਦਾ ਆਪਾਂ ਬਣਾ ਦਾਂਗੇ, ਯਾਨੀ ਕਿ 100 ਮਿਲੀਅਨ ਹੈਕਟੇਅਰ ਲੈਂਡ ਨੂੰ ਇਹਨਾਂ ਨੇ ਇਸ ਦੇ ਵਿੱਚ ਬਦਲ ਦੇਣਾ, ਯਾਨੀ ਕਿ ਬਚਾਉਣੀ ਹੈ ਲੈਂਡ, ਐ ਮੰਨ ਕੇ ਚੱਲੋ। ਔਰ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੋਇਆ 2007 ਤੋਂ, ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਸ਼ੁਰੂ ਹੋਇਆ ਹੋਇਆ ਗ੍ਰੇਟ ਗ੍ਰੀਨ ਵਾਲ। ਜਿਵੇਂ ਆਪਣੇ ਇੰਡੀਆ ਦੇ ਵਿੱਚ ਸਹਾਰਾ ਰੇਗਿਸਤਾਨ, ਥਾਰ ਰੇਗਿਸਤਾਨ ਹੈ, ਠੀਕ ਹੈ, ਉੱਥੇ ਵੀ ਇੱਕ ਦੀਵਾਰ ਬਣਾਈ ਜਾ ਰਹੀ ਹੈ ਕਿ ਇਹ ਰੇਗਿਸਤਾਨ ਬਾਕੀ ਪਾਰਟਸ ਦੇ ਵਿੱਚ ਨਾ ਫੈਲੇ, ਠੀਕ ਹੈ ਨਾ। ਤਾਂ ਇਹ ਤੁਹਾਨੂੰ ਇਹ ਜਿਹੜੀ ਇਹ ਨਿਊਜ਼ ਦੇ ਵਿੱਚ ਪਹਿਲੀ ਗੱਲ ਤਾਂ ਇਹ ਦੇਖ ਲਈਏ, FAO ਇਹਨੇ ਸਟੱਡੀ ਕੀਤੀ ਹੈ ਕਿ ਇਹ ਜਿਹੜੀ ਹੈਗੀ ਹੈ ਗ੍ਰੇਟ ਗ੍ਰੀਨ ਵਾਲ ਵੀ ਇਹ ਕਿੰਨੀ ਕੀ ਇਨੀਸ਼ੀਏਟਿਵ ਹੈ। ਪਹਿਲੀ ਗੱਲ ਤਾਂ ਇਹਨਾਂ ਕੋਲ ਵਿਚਾਰਿਆਂ ਕੋਲ ਪੈਸਾ ਹੁੰਦਾ ਹੀ ਨਹੀਂ। ਦੇਖੋ 2007 ਤੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਪਿਆ। ਇਹਨਾਂ ਨੇ ਟਾਰਗੇਟ ਰੱਖਿਆ ਸੀ 100 ਮਿਲੀਅਨ ਹੈਕਟੇਅਰ ਨੂੰ ਆਪਾਂ ਸਿਕਿਉਰ ਕਰਾਂਗੇ, ਔਰ 2019 ਤੱਕ ਆਉਂਦੇ ਸਿਰਫ ਔਰ ਸਿਰਫ ਇਹਨਾਂ ਨੇ 4 ਮਿਲੀਅਨ ਹੈਕਟੇਅਰ ਨੂੰ ਰਿਸਟੋਰ ਕੀਤਾ ਹੈ, ਵੀ 96 ਮਿਲੀਅਨ ਪਈ ਹੈ, ਔਰ ਸਾਲ ਕਿਹੜੇ ਰਹਿ ਗਏ 11, ਔਰ 100 ਮਿਲੀਅਨ ਕਿੱਥੋਂ ਹੋ ਜੂਗੀ? ਇਹ ਤਾਂ ਇਹ ਮੰਨ ਕੇ ਚਲੋ ਇਹ ਤਾਂ ਕਰ ਦੇਣਗੇ 2050-60 ਕਰ ਦੇਣਗੇ, ਜਿਸ ਹਿਸਾਬ ਨਾਲ ਇਹ ਕਰੀ ਜਾਂਦੇ ਆ। ਵਿਚਾਰਿਆਂ ਕੋਲ ਪੈਸਾ ਹੀ ਹੈ ਨਹੀਂਗਾ, ਕੀ ਕਰਨੇ ਇਹ ਵੀ, ਠੀਕ ਹੈ ਨਾ। ਜਿਵੇਂ 11 ਕੰਟਰੀਜ਼ ਇਹਦੇ ਵਿੱਚ ਪਾਰਟੀਸਪੇਟ ਕਰਦੀ ਹੈਗੀ ਹੈ, ਅਤੇ ਆਹ ਦੇਖੋ ਇੱਦਾਂ ਗਰੀਬ ਜਿਹੇ ਵਿਚਾਰੇ ਲੋਕ ਹੈਗੇ ਆ ਇਹ ਸਾਰੇ। ਅਤੇ ਜਿਵੇਂ ਮਾਲੀ, ਨਾਈਜਰ, ਛੱਡ, ਸੁਡਾਨ, ਇਰੀਤਰੀਆ, ਡਿਜੀਬਾਊਤੀ, ਇਹ ਸਾਰੇ ਇਸ ਵਿੱਚ ਇਨਵੋਲਵ ਹੈਗੇ ਆ, ਠੀਕ ਹੈ। ਪੈਸੇ ਪੂਸੇ ਹੈ ਨਹੀਂ ਇਹਨਾਂ ਕੋਲ, ਅਤੇ ਲੱਗੇ ਰਹਿੰਦੇ, ਜਦੋਂ ਪੈਸੇ ਆ ਜਾਂਦੇ ਲੱਗ ਜਾਂਦੇ ਕੰਮ ਦੇ ਉੱਤੇ, ਨਹੀਂ ਆਉਂਦੇ ਤਾਂ ਆਪਦੇ ਹੋਰ ਕੰਮਾਂ 'ਤੇ ਲੱਗ ਜਾਂਦੇ ਹੈਗੇ। ਇਹਨਾਂ ਨੂੰ ਕਹਿੰਦੇ ਸਾਨੂੰ ਕਾਹਦੀ ਟੈਨਸ਼ਨ ਹੈ। ਵਰਲਡ ਬੈਂਕ ਹੋ ਗਿਆ, ਜਾਂ ਫਿਰ ਕੋਈ ਯੂਨੀਅਨ ਹੋ ਗਈ, ਜਾਂ ਫਿਰ IMF ਹੋ ਗਿਆ, ਇਹਨਾਂ ਨੂੰ ਪੈਸੇ ਪੂਸੇ ਦੇ ਦੇਣ ਤਾਂ ਲੱਗ ਜਾਂਦੇ ਕੰਮ ਦੇ ਉੱਤੇ, ਨਹੀਂ ਤਾਂ ਬੈਠੇ ਵਿਚਾਰੇ ਇਹ, ਠੀਕ ਹੈ ਨਾ। ਤਾਂ ਗ੍ਰੇਟ ਗ੍ਰੀਨ ਵਾਲ ਦੇ ਉੱਤੇ ਕੁਐਸਚਨ ਕੀ ਆ ਸਕਦਾ ਹੈ ਕਿ ਇਹ ਲਾਂਚ 2010 ਦੇ ਵਿੱਚ ਹੋਈ ਸੀ? ਨਹੀਂ, ਇਹ 2007 ਦੇ ਵਿੱਚ ਹੋਈ ਸੀ। ਪਹਿਲੀ ਆਪਸ਼ਨ ਗਲਤ ਹੈ। ਸਾਹਿਲ ਰੀਜਨ ਜਿਹੜਾ ਹੈਗਾ ਕਵਰ ਕੀਤਾ ਜਾਊਗਾ 2030 ਤੱਕ, ਠੀਕ ਹੈ, ਹਾਂ ਇਹ ਗੱਲ ਸਹੀ ਹੈ। ਅਤੇ 100 ਮਿਲੀਅਨ ਹੈਕਟੇਅਰ ਜਿਹੜੀ ਲੈਂਡ ਹੈ ਉਹ ਕਵਰ ਕਰਨੀ ਹੈ, ਹਾਂ ਇਹ ਵੀ ਗੱਲ ਸਹੀ ਹੈ। ਵੀ ਸੈਕਿੰਡ ਅਤੇ ਥਰਡ ਆਪਸ਼ਨ ਤਾਂ ਸਹੀ ਹੈ, ਫਸਟ ਗਲਤ ਹੈ, ਕਿਉਂਕਿ 2007 'ਚ ਹੋਇਆ ਸੀ ਨਾ ਲਾਂਚ ਇਹ। ਓਕੇ, ਤਾਂ ਆਨਸਰ ਕੀ ਆਊਗਾ ਇਸ ਦਾ? ਓਨਲੀ ਸੈਕਿੰਡ ਐਂਡ ਥਰਡ, ਇਹ ਹੈ ਸੀ ਆਪਸ਼ਨ। ਓਕੇ, ਅੱਗੇ ਦੇਖਦੇ ਆਪਾਂ ਇੰਡੀਆ ਯੰਗ ਵਾਟਰ ਪ੍ਰੋਫੈਸ਼ਨਲ ਪ੍ਰੋਗਰਾਮ। ਦੇਖੋ ਇਹ ਕੁਛ ਨਹੀਂ ਹੈ, ਪਹਿਲੀ ਗੱਲ ਤਾਂ ਇਹ ਪ੍ਰੋਫੈਸ਼ਨਲ ਦਾ ਪ੍ਰੋਗਰਾਮ ਹੈਗਾ, ਵੀ ਉਹਨਾਂ ਪ੍ਰੋਫੈਸ਼ਨਲ ਨੂੰ ਟ੍ਰੇਨਿੰਗ ਕਿਵੇਂ ਦੇਣੀ ਹੈ, ਕਿਵੇਂ ਉਹਨਾਂ ਨੂੰ ਯਾਨੀ ਕਿ ਇਹ ਟ੍ਰੇਨ ਕਰਨਾ ਹੈ ਕਿ ਉਹ ਆਪਦੇ ਪ੍ਰੋਜੈਕਟ ਨੂੰ ਲਾਗੂ ਕਰ ਸਕਣ। ਨੋਰਮਲ ਗੱਲ ਕੀ ਹੈ ਦੇਖੋ ਇਸ ਦੇ ਵਿੱਚ, ਕਿ ਪਾਣੀ ਤਾਂ ਆਪਣੇ ਦੇਖੋ ਹੈ ਹੀ ਨਹੀਂ। ਆਪਣੇ ਪੰਜਾਬ ਦੇ ਵਿੱਚ ਥਾਂ ਥਾਂ 'ਤੇ RO ਲੱਗੇ ਹੈ, ਸਾਰਾ ਪਾਣੀ ਸ਼ੋਰੇ ਵਾਲਾ ਹੋ ਗਿਆ, ਪੀਣ ਲਾਇਕ ਪਾਣੀ ਨਹੀਂ ਰਿਹਾ। ਸਰਕਾਰ ਇਹਦੇ ਵਿੱਚ ਵੀ ਟ੍ਰੇਨਿੰਗ ਦੇ ਰਹੀ ਹੈ, ਯਾਨੀ ਕਿ ਯੰਗ ਹੈਗੇ ਜਿਹੜੇ, ਅਤੇ ਉਹਨਾਂ ਨੂੰ ਟ੍ਰੇਨਿੰਗ ਕੀਤਾ ਜਾਊਗਾ, ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਊਗੀ ਕਿ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਇਸ ਨੂੰ ਠੀਕ ਕਰੋ। ਔਰ ਕਿਹੜੀ ਮਿਨਿਸਟਰੀ ਦੇ ਅੰਡਰ ਵਿੱਚ ਕੰਮ ਕਰੂਗਾ ਇਹ? ਮਿਨਿਸਟਰੀ ਆਫ ਜਲ ਸ਼ਕਤੀ, ਠੀਕ ਹੈ, ਹਾਂਜੀ, ਹੋਰ ਕੁਛ ਨਹੀਂ ਹੈ। ਤਾਂ ਇਹਨਾਂ ਨੇ ਫਸਟ ਐਡੀਸ਼ਨ ਲਾਂਚ ਕੀਤਾ ਹੈਗਾ, ਅਤੇ ਇਹ ਇੱਕ ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ ਹੈਗਾ, ਉਹਦੇ ਅੰਡਰ ਦੇ ਵਿੱਚ ਵੀ ਇਹ ਵਰਕ ਕਰੂਗਾ, ਆਉਂਦੀ ਹੈ ਮਿਨਿਸਟਰੀ ਆਫ ਜਲ ਸ਼ਕਤੀ ਦੇ ਵਿੱਚ ਹੀ ਹੈਗੀ ਹੈ। ਦੇਖੋ ਇਹੋ ਜਿਹਾ ਸੇਮ ਪ੍ਰੋਜੈਕਟ ਜਿਹੜਾ ਆਸਟ੍ਰੇਲੀਅਨ ਜਿਹੜਾ ਹੈਗਾ, ਆਸਟ੍ਰੇਲੀਆ ਉਹਨਾਂ ਨੇ ਵੀ ਚਲਾਇਆ ਸੀਗਾ। ਆਸਟ੍ਰੇਲੀਆ ਨੇ ਜਦੋਂ ਇਹ ਚਲਾਇਆ ਸੀਗਾ ਉਹ ਕਹਿੰਦੇ ਕਿ ਸਾਡੇ ਇੱਥੇ ਵਧੀਆ ਕੰਮ ਕੀਤਾ ਇਸ ਨੇ, ਕਿਉਂ ਨਾ ਤੁਸੀਂ ਵੀ ਚਲਾ ਕੇ ਦੇਖੋ। ਤਾਂ ਆਸਟ੍ਰੇਲੀਆ ਵਾਲਿਆਂ ਦੇ ਕਹਿਣ ਦੇ ਉੱਤੇ ਇਹ ਸ਼ੁਰੂ ਕੀਤਾ ਜਾ ਰਿਹਾ। ਆਸਟ੍ਰੇਲੀਆ ਵਾਲੇ ਕਹਿੰਦੇ ਕਿ ਅਸੀਂ ਪਾਰਟਨਰਸ਼ਿਪ ਕਰਦੇ ਹਾਂ ਤੁਹਾਡੇ ਨਾਲ, ਵਧੀਆ ਤੁਹਾਨੂੰ ਸਪੋਰਟ ਕਰਾਂਗੇ, ਟੈਨਸ਼ਨ ਨਾ ਲਓ, ਆਪਾਂ ਕਰਦੇ ਹਾਂ ਕੰਮ। ਆਪਣੇ ਵਾਲੇ ਕਹਿੰਦੇ ਕੋਈ ਨਹੀਂ, ਦੇਖ ਲੈਣੇ ਹੈਗੇ ਆ। ਓਕੇ, ਤਾਂ ਇੰਡੀਆ ਯੰਗ ਵਾਟਰ ਪ੍ਰੋਫੈਸ਼ਨਲ ਦੇ ਉੱਤੇ ਕੁਐਸਚਨ ਕੀ ਆ ਸਕਦਾ ਹੈ ਕਿ ਲਾਂਚ ਅੰਡਰ ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ 2016। ਹਾਂ ਬਿਲਕੁਲ ਸਹੀ ਹੈ, ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ ਹੈਗਾ, ਠੀਕ ਹੈ, ਜੋ 2016 'ਚ ਲਾਂਚ ਹੋਇਆ ਸੀਗਾ, ਉਹਦੇ ਅੰਡਰ ਦੇ ਵਿੱਚ ਹੀ ਕੰਮ ਕਰੂਗਾ ਇਹ। ਅਤੇ ਇਹ ਸਾਰਾ ਅੰਡਰ ਕਿਹਦੇ 'ਚ ਆ ਜਾਊਗਾ? ਮਿਨਿਸਟਰੀ ਆਫ ਜਲ ਸ਼ਕਤੀ ਦੇ ਵਿੱਚ। ਅਤੇ ਸੈਕਿੰਡ ਆਪਸ਼ਨ ਕੀ ਹੈ? USA ਨੇ ਸਪੋਰਟ ਕੀਤਾ। USA ਕਿੱਥੇ ਸਪੋਰਟ ਕਰਦਾ ਹੈ? ਡੋਨਾਲਡ ਟਰੰਪ ਤਾਂ ਚਲੇ ਗਿਆ ਵਿਚਾਰਾ, ਠੀਕ ਹੈ, ਜੋਏ ਬਿਦਨ ਆਪਾਂ ਨੂੰ ਕਿੱਥੇ ਸਪੋਰਟ ਕਰਦਾ ਹੈ। ਤਾਂ ਸੈਕਿੰਡ ਆਪਸ਼ਨ ਗਲਤ ਹੋ ਜਾਊਗਾ। ਥਰਡ ਆਪਸ਼ਨ ਦੇਖਦੇ ਹਾਂ ਕਿ ਇਹ ਮਿਨਿਸਟਰੀ ਆਫ ਜਲ ਸ਼ਕਤੀ ਦੇ ਅੰਡਰ 'ਚ ਆ ਜਾਂਦਾ ਹੈਗਾ, ਅਤੇ ਇਹ ਗੱਲ ਸਹੀ ਹੈ, ਠੀਕ ਹੈ। ਵੀ ਫਸਟ ਅਤੇ ਥਰਡ ਆਪਸ਼ਨ ਬਿਲਕੁਲ ਸਹੀ ਹੈ, ਸੈਕਿੰਡ ਗਲਤ ਹੈ। ਤਾਂ ਆਨਸਰ ਕੀ ਆਊਗਾ ਇਸ ਦਾ? ਆਨਸਰ ਆਊਗਾ ਫਸਟ ਐਂਡ ਥਰਡ, ਸੀ ਆਪਸ਼ਨ, ਠੀਕ ਹੈ ਨਾ। ਅੱਗੇ ਦੇਖਦੇ ਹਾਂ ਆਪਾਂ ਲੈਜ਼ਰ ਫਲੋਰਿਕਨ। ਲੈਜ਼ਰ ਫਲੋਰਿਕਨ ਇਹ ਨਿਊਜ਼ ਦੇ ਵਿੱਚ ਹੈ। ਦੇਖੋ ਪਹਿਲੀ ਗੱਲ, ਲੈਜ਼ਰ ਫਲੋਰਿਕਨ ਹੈ ਕੀ ਚੀਜ਼? ਇਹ
ਇਹ ਗ੍ਰੇਟ ਇੰਡੀਅਨ ਬਸਟਰਡ ਹੈ ਜਿਹੜਾ, ਉਸ ਦੀ ਫੈਮਿਲੀ 'ਚੋਂ ਹੀ ਆ ਜਾਂਦੀ ਹੈ, ਠੀਕ ਹੈ। ਔਰ ਇਹ ਲੌਂਗੈਸਟ ਮਾਈਗ੍ਰੇਟਰੀ ਰੂਟ ਤੈਅ ਕਰਦੇ ਆ, ਅਤੇ ਤਾਂ ਕਰਕੇ ਨਿਊਜ਼ ਦੇ ਵਿੱਚ ਹੈਗੀ ਹੈ। ਅਤੇ ਇਹ ਬਸਟਰਡ ਗਰੁੱਪ ਨੂੰ ਬਿਲੋਂਗ ਕਰਦੇ ਆ। IUCN ਦੀ ਇਹ ਇੰਡੇਂਜਰਡ ਕੈਟਾਗਰੀ 'ਚ ਆ ਜਾਂਦੇ ਆ। ਹੁਣੇ ਆਪਾਂ IUCN ਸਮਝ ਕੇ ਹਟੇ ਹਾਂ ਕਿ IUCN ਕੀ ਹੁੰਦਾ ਹੈਗਾ, ਜੋ 1948 ਦੇ ਵਿੱਚ ਬਣਿਆ ਸੀ ਫਰਾਂਸ ਦੇ ਵਿੱਚ, ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈਗਾ, ਓਕੇ। ਔਰ ਇਹਦੀ ਇੱਕ ਰੈੱਡ ਲਿਸਟ ਜਾਰੀ ਹੁੰਦੀ ਹੈ, ਔਰ ਇਹ ਜਿਹੜੀ ਰੈੱਡ ਲਿਸਟ ਹੈ 9 ਕੈਟੇਗਰੀਜ਼ ਹੈਗੀਆਂ ਨੇ, ਠੀਕ ਹੈ। ਤਾਂ ਇਹ ਜਿਹੜਾ ਲੈਜ਼ਰ ਫਲੋਰੀਕਨ ਹੈਗਾ, ਇਹ 264 ਕੇ ਰਹਿ ਕੇ ਹੈ, ਉਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਵਿੱਚ ਇਹ ਸ਼ਡਿਊਲ 1 'ਚ ਆ ਜਾਂਦੇ ਆ ਕਿ ਇਹਨੂੰ ਕੋਈ ਮਾਰ ਨਹੀਂ ਸਕਦਾ। ਔਰ ਸਾਈਡਸ ਦੇ ਵਿੱਚ ਅਪੈਂਡਿਕਸ 2 ਦੇ ਵਿੱਚ ਆ ਜਾਂਦੇ ਆ, ਦੇਖੋ ਇਹ ਵੀ ਇਹਦਾ ਟ੍ਰੇਡ ਯਾਨੀ ਕਿ ਵਿਦ ਪਰਮਿਸ਼ਨ ਹੋ ਸਕਦਾ ਹੈਗਾ, ਪਰ ਇਹਨਾਂ ਨੂੰ ਵੈਸੇ ਵੀ ਮਾਰ ਦਿੰਦੇ ਹੈਗੇ ਕਈ ਜਿਹੜੇ ਹੁੰਦੇ ਆ, ਜਿਵੇਂ ਸਰਕਾਰ ਹੈਗੀ, ਜਿਵੇਂ ਰਾਜਸਥਾਨ ਦੇ ਵਿੱਚ ਇੱਕ ਵਾਹਵਾ ਮਿਲਦੇ ਆ, ਰਾਜਸਥਾਨ ਹੋ ਗਿਆ, ਗੁਜਰਾਤ ਹੋ ਗਿਆ, ਇੱਥੇ ਮਿਲਦੇ ਨੇ। ਪਿੱਛੇ ਜਿਹੇ ਨਾ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਾਰਕ ਜਿਹਾ ਬਣਾਇਆ ਗਿਆ, ਜੂ ਜਿਹਾ ਬਣਾਇਆ ਗਿਆ, ਉਹ ਕਹਿੰਦੇ ਆਪਾਂ ਲੈਜ਼ਰ ਫਲੋਰੀਕਨ ਨੂੰ ਪ੍ਰੋਟੈਕਟ ਕਰਨਾ। ਉਹ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਆਪਾਂ ਨੂੰ ਇਹ ਜ਼ਮੀਨ ਚਾਹੀਦੀ ਆ, ਇੱਥੇ ਇਹ ਜਾਨਵਰ ਨੂੰ ਆਪਾਂ ਬਚਾਉਣਾ ਹੈਗਾ, ਸੁਰੱਖਿਅਤ ਕਰਨਾ। ਆਮ ਜਨਤਾ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੀਆਂ ਜ਼ਮੀਨਾਂ ਰੱਖ ਲੈਣਗੇ ਇਹਨਾਂ ਪਕਸ਼ੀਆਂ ਦੇ ਕਰਕੇ, ਉਹਨਾਂ ਨੇ ਸਪੈਸ਼ਲ ਟਾਰਗੇਟ ਹੀ ਪਕਸ਼ੀ ਬਣਾ ਲਏ ਵੀ ਜੇ ਪਕਸ਼ੀ ਨਹੀਂ ਹੋਣਗੇ ਆਪਣੀ ਜ਼ਮੀਨਾਂ ਹੀ ਨਹੀਂ ਰੱਖਣਗੇ। ਵੀ ਐਂ ਕਰਦੇ ਆ ਲੋਕ ਵੀ, ਸਮਝਦੇ ਨਹੀਂ ਕਿ ਹਾਂ ਵੀ ਆਹ ਜਿਹੜੇ ਜਾਨਵਰ ਹੈਗੇ ਆ ਵੀ ਹਮੇਸ਼ਾ ਆਪਣਾ ਫਾਇਦਾ ਬਹੁਤ ਜ਼ਿਆਦਾ ਸੋਚਿਆ ਜਾਂਦਾ ਹੈਗਾ, ਲੋਕ ਵੀ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦੇ, ਠੀਕ ਹੈ। ਤਾਂ ਕਰਕੇ ਇਹ ਲੈਜ਼ਰ ਫਲੋਰੀਕਨ ਨਿਊਜ਼ ਦੇ ਵਿੱਚ ਹੈਗਾ। ਆਪਣੇ ਲਈ ਕੁਐਸਚਨ ਕੀ ਆ ਸਕਦਾ, ਇੱਕ ਦੇਖੋ ਕੁਐਸਚਨ ਹੈਗਾ, ਤਾਂ ਇਹ ਕੁਐਸਚਨ PPSC ਨੇ ਪੁੱਛਿਆ ਸੀਗਾ, ਕ੍ਰਿਟੀਕਲ ਇੰਡੇਂਜਰਡ ਕੈਟਾਗਰੀ ਕਿਹੜੀ ਹੈ, ਕਿਹੜੇ ਪਕਸ਼ੀ ਇਸ ਦੇ ਵਿੱਚ ਆ ਜਾਂਦੇ ਹੈਗੇ ਆ, ਕਿ ਕਿਹੜੇ ਜਾਨਵਰ ਹੈ ਜਿਹੜੇ ਇਸ 'ਚ ਆ ਜਾਂਦੇ ਆ। ਇਹਦੇ 4 ਆਪਸ਼ਨ ਦੇ ਰੱਖੇ ਸੀ। ਗ੍ਰੇਟ ਇੰਡੀਅਨ ਬਸਟਰਡ, ਤੁਹਾਨੂੰ ਸਾਰਿਆਂ ਨੂੰ ਐਂ ਤਾਂ ਪਤਾ ਲੱਗ ਗਿਆ ਕਿ ਗ੍ਰੇਟ ਇੰਡੀਅਨ ਬਸਟਰਡ ਜਿਹੜਾ ਉਹ ਕ੍ਰਿਟੀਕਲ ਇੰਡੇਂਜਰਡ ਹੈ, ਠੀਕ ਹੈ। ਬਾਕੀ 3 ਨਹੀਂ ਪਤਾ ਹੈਗੇ ਆ। ਤਾਂ ਦੇਖੋ ਸਾਈਬੇਰੀਅਨ ਕ੍ਰੇਨ ਹੋ ਗਈ, ਬਾਇਰਸ ਪੋਚਰਡ ਹੋ ਗਿਆ, ਨੀਲਗਿਰੀ ਹੋ ਗਈ, ਇਹ ਸਾਰੇ ਕ੍ਰਿਟੀਕਲ ਇੰਡੇਂਜਰਡ ਹੈ ਚਾਰੇ। ਔਰ PPSC ਨੇ ਕੁਐਸਚਨ ਪੁੱਛਿਆ ਪਿਆ ਹੈਗਾ, ਤਾਂ ਆਨਸਰ ਕੀ ਹੋਊਗਾ ਇਹਦਾ D 4 ਆਪਸ਼ਨ, ਠੀਕ ਹੈ ਨਾ। ਇਹ ਹੈਗਾ ਆਹ ਸੀ ਗ੍ਰੇਟ ਇੰਡੀਅਨ ਬਸਟਰਡ। ਕਹਿੰਦੇ ਜੀ ਮਿਸਿੰਗ ਹੈ ਇਹ, ਇਹਨੂੰ ਲਿਆਓ ਲੱਭ ਕੇ, ਕਿੱਥੇ ਗਿਆ ਵਿਚਾਰਾ ਇਹ, ਦੇਖੇ ਨਹੀਂ। ਐ ਨਾ ਹੋਵੇ 4 ਸਾਲਾਂ ਬਾਅਦ ਜਦੋਂ ਰੈੱਡ ਲਿਸਟ ਆਪਦੀ ਯਾਨੀ ਕਿ ਸੂਚੀ ਜਾਰੀ ਕਰੇ, ਉਹਦੇ 'ਚ ਗ੍ਰੇਟ ਇੰਡੀਅਨ ਬਸਟਰਡ ਕਹਿੰਦੇ ਕਿ ਐਕਸਟਿੰਕਟ ਹੋ ਗਿਆ ਜੀ, ਖਤਮ ਹੋ ਗਿਆ, ਠੀਕ ਹੈ। ਕੋਈ ਗ੍ਰੇਟ ਇੰਡੀਅਨ ਬਸਟਰਡ ਹੁੰਦਾ ਸੀਗਾ, ਕਿਉਂਕਿ ਇਹਦੀ ਜਦੋਂ ਰੈੱਡ ਲਿਸਟ ਜਾਰੀ ਹੋਊਗੀ ਆਪਾਂ ਨੂੰ ਤਾਂ ਉਦੋਂ ਹੀ ਪਤਾ ਲੱਗੂਗਾ ਨਾ ਕਿ ਇਹਦੇ ਵਿਚਾਰੇ ਦਾ ਕੀ ਬਣਿਆ ਪਕਸ਼ੀ ਦਾ। ਹਾਂਜੀ, ਅੱਗੇ ਦੇਖਦੇ ਹਾਂ ਆਪਾਂ। ਇੱਕ ਨਾ ਤਿਤਲੀ ਮਿਲੀ ਹੈ ਸਿੱਕਿਮ ਦੇ ਵਿੱਚ, ਔਰ ਮਿਲੀ ਕਿੱਥੇ ਆ, ਡੋਜੋਂਗੂ। ਇਹਦੀ ਵਿਚਾਰੇ ਇਹ ਜਿਹੜੀ ਤਿਤਲੀ, ਇਹਦਾ ਨਾਮ ਹੀ ਡੋਜੋਂਗੂ ਰੱਖ ਦਿੱਤਾ, ਕਹਿੰਦੇ ਜੀ ਇੱਥੋਂ ਮਿਲੀ ਹੈ ਤਾਂ ਇਹੀ ਹੈ ਇਸਦਾ ਨਾਮ। ਤਾਂ ਕਰਕੇ ਜੇ ਕੋਈ ਚੀਜ਼ ਨਵੀਂ ਮਿਲਦੀ ਹੈ ਜਾਂ ਨਵੀਂ ਜਾਨਵਰ ਮਿਲਦਾ ਹੈਗਾ, ਠੀਕ ਹੈ, ਉਹ ਵੀ ਜ਼ਰੂਰੀ ਹੁੰਦਾ ਹੈਗਾ। ਆਹ ਤਿਤਲੀ ਹੈ, ਇਹ ਯਾਨੀ ਕਿ ਇਹਦੇ ਬਰਾਊਨ ਜਿਹੇ ਦੇ ਫੰਗ ਜਿਹੇ ਸ਼ੈੱਡ ਬਣੀ ਹੋਈ ਹੈਗੀ ਆ, ਓਕੇ। ਤਾਂ ਸਿੱਕਿਮ ਵਿੱਚ ਮਿਲੀ ਹੈ। ਸੋਨਮ ਵਾਂਗਚੁਕ ਲੇਪਚਾ ਜਿਹੜਾ ਹੈਗਾ ਡੋਜੋਂਗੂ, ਉੱਥੋਂ ਇਹ ਮਿਲਦੀ ਹੈਗੀ ਹੈ, ਅਤੇ ਇਹਦਾ ਨਾਮ ਕੀ ਰੱਖ ਦਿੱਤਾ, ਜੋਗਰਾਫੇਟਸ ਡੋਜੋਂਗੂਨੇਸਸ। ਤੁਸੀਂ ਇਕੱਲਾ ਡੋਜੋਂਗੂ ਯਾਦ ਰੱਖ ਲਓ ਕਿ ਡੋਜੋਂਗੂ ਇਹਦਾ ਨਾਮ ਹੈਗਾ, ਨਹੀਂ ਤਾਂ ਤੁਹਾਨੂੰ ਯਾਦ ਕਰਨਾ ਔਖਾ ਹੋ ਜਾਊਗਾ। ਸਿੱਕਿਮ ਦੇ ਵਿੱਚ ਇਹ ਤਿਤਲੀ ਮਿਲੀ ਹੈ, ਠੀਕ ਹੈ। ਔਰ ਜੇ ਕੋਈ ਚੀਜ਼ ਨਵੀਂ ਮਿਲਦੀ ਹੈ ਉਹਦੇ 'ਤੇ ਵੀ ਕੁਐਸਚਨ PPSC ਪੱਕਾ ਪੁੱਛ ਲੈਂਦਾ ਹੈਗਾ, ਠੀਕ ਹੈ। ਇੱਕ ਦੇਖਦੇ ਹਾਂ ਪ੍ਰੋਜੈਕਟ ਰੀਹੈਬ, ਇਹ ਨਿਊਜ਼ ਦੇ ਵਿੱਚ ਹੈ। ਪਹਿਲੀ ਗੱਲ, ਰੀਹੈਬ ਦੀ ਫੁੱਲ ਫਾਰਮ ਦੇਖ ਲਓ ਕੀ ਹੈ, ਰਿਡਿਊਸਿੰਗ ਐਲੀਫੈਂਟ ਹਿਊਮਨ ਕਨਫਲਿਕਟ। ਇਹ ਐਨੀਮਲ ਹਿਊਮਨ ਕਨਫਲਿਕਟ ਇੱਕ ਚੀਜ਼ ਹੈ। ਦੇਖੋ ਐਂ ਹੁੰਦਾ ਹੈਗਾ, ਇੱਕ ਨਾ ਇਹਨਾਂ ਦੇ ਜ਼ੋਨ ਬਣੇ ਹੁੰਦੇ ਆ, ਇਹ ਜਿਹੜਾ ਹੁੰਦਾ ਹੈਗਾ ਕੋਰ ਜ਼ੋਨ, ਇਹ ਬਾਰ ਆਈ ਚੱਲੂਗਾ। ਇੱਕ ਹੁੰਦਾ ਬਫਰ ਜ਼ੋਨ, ਇੱਕ ਹੋਰ ਜ਼ੋਨ ਹੁੰਦਾ ਇਹਦੇ ਉੱਪਰ, ਉਹ ਹੁੰਦਾ ਟ੍ਰਾਂਜੀਸ਼ਨਲ ਜ਼ੋਨ, ਠੀਕ ਹੈ। ਟ੍ਰਾਂਜੀਸ਼ਨਲ ਜ਼ੋਨ, 3 ਜ਼ੋਨ ਹੁੰਦੇ ਆ। ਜਿਹੜਾ ਕੋਰ ਜ਼ੋਨ ਹੁੰਦਾ ਹੈਗਾ, ਇੱਥੇ ਤੱਕ ਜਾਨਵਰ ਰਹਿੰਦੇ ਆ, ਜਿਵੇਂ ਹਾਥੀਆਂ ਦਾ ਇਲਾਕਾ ਹੈ, ਅਤੇ ਕੋਰ ਜ਼ੋਨ ਦੇ ਵਿੱਚ ਕੁਛ ਨਹੀਂ ਮਿਲੂਗਾ ਤੁਹਾਨੂੰ, ਸਿਰਫ ਔਰ ਸਿਰਫ ਉਹ ਹਾਥੀ ਮਿਲਣਗੇ ਜਾਂ ਫਿਰ ਹੋਰ ਜਾਨਵਰ ਮਿਲਣਗੇ। ਇਸ ਦੇ ਵਿੱਚ ਹੋਰ ਕੋਈ ਐਕਟੀਵਿਟੀ ਨਹੀਂ ਹੋਊਗੀ, ਵੀ ਐ ਨਹੀਂ ਹੈਗਾ ਕਿ ਹਿਊਮਨ ਰਹਿਣਗੇ, ਐ ਨਹੀਂ ਹੈ ਕੋਈ ਅਥੋਰਟੀ ਦਾ ਇੱਥੇ ਹੈਡ ਕੁਆਟਰ ਬਣਿਆ ਹੋਊਗਾ, ਕੁਛ ਨਹੀਂ। ਇਸ ਤੋਂ ਉੱਪਰ ਆ ਜਾਂਦਾ ਬਫਰ ਜ਼ੋਨ, ਜਿੱਥੇ ਕੀ ਹੁੰਦਾ ਹੈਗਾ ਅਥੋਰਟੀ ਆਪਦੇ ਕੁਆਟਰ ਵਗੈਰਾ ਬਣਾ ਲੈਂਦੀ ਹੈ, ਕੋਈ ਯਾਨੀ ਕਿ ਡਿਸਕਵਰੀ ਕਰਨੀ ਹੈ, ਕੁਛ ਵੀ ਕਿਸੇ ਨੇ ਯਾਨੀ ਕਿ ਉੱਥੇ ਨਵੇਂ ਪਲਾਂਟਸ ਪੌਦਿਆਂ ਦੇ ਉੱਤੇ ਕੋਈ ਰਿਸਰਚ ਕਰ ਰਿਹਾ ਉਹ ਕਰ ਸਕਦਾ ਹੈਗਾ, ਇੱਥੇ ਸਾਰੀ ਐਕਟੀਵਿਟੀ ਹੋ ਜਾਂਦੀਆਂ ਨੇ। ਔਰ ਇਸ ਤੋਂ ਇਲਾਵਾ ਇੱਕ ਹੋਰ ਜ਼ੋਨ ਹੁੰਦਾ ਹੈਗਾ ਟ੍ਰਾਂਜੀਸ਼ਨਲ ਜ਼ੋਨ।
ਵੀ ਟ੍ਰਾਂਜੀਸ਼ਨਲ ਜ਼ੋਨ ਇੱਕ ਇਹੋ ਜਿਹਾ ਜ਼ੋਨ ਹੁੰਦਾ ਹੈ ਜਿੱਥੇ ਹਿਊਮਨ ਬੀਇੰਗ ਯਾਨੀ ਕਿ ਆਪਣੀ ਸੈਟਲਮੈਂਟ ਕਰਕੇ ਰੱਖਦੇ ਥੋੜ੍ਹੀ ਬਹੁਤ, ਇੱਥੇ ਐਗਰੀਕਲਚਰ ਵੀ ਹੋ ਜਾਂਦੀ ਹੈ। ਤਾਂ ਦੇਖੋ ਇਹ ਜਿਹੜਾ ਯਾਨੀ ਕਿ ਹਿਊਮਨ ਬੀਇੰਗ ਹੈ ਇਹ ਥਰਡ ਜ਼ੋਨ ਦੇ ਵਿੱਚ ਇੱਥੇ ਰਹਿ ਰਿਹਾ ਹੁੰਦਾ ਹੈ। ਉਹ ਜਿਹੜੇ ਐਨੀਮਲਸ ਹੈ ਉਹ ਪ੍ਰੋਪਰ ਜੇ ਕਿਤੇ ਰਹਿ ਰਹੇ ਹੁੰਦੇ ਆ ਉਹ ਰਹਿ ਰਹੇ ਹੁੰਦੇ ਕਿ ਇੱਧਰਲੇ ਪਾਸੇ, ਠੀਕ ਹੈ, ਇਸ ਜ਼ੋਨ ਦੇ ਵਿੱਚ। ਤਾਂ ਜਿਹੜੇ ਐਨੀਮਲ ਹੁੰਦੇ ਆ ਕਈ ਵਾਰੀ ਉਹ ਇਸ ਜ਼ੋਨ 'ਚ ਚਲੇ ਜਾਂਦੇ ਆ। ਇੱਥੇ ਹੁੰਦੀ ਹੈ ਲੜਾਈ, ਵੀ ਹਿਊਮਨ ਜਾਨਵਰ ਦੇ ਨਾਲ ਲੜਦਾ ਹੈ, ਠੀਕ ਹੈ, ਟਾਈਗਰ ਹੋਵੇ ਭਾਵੇਂ ਦੀ ਹੋਵੇ ਲਾਇਨ, ਔਰ ਭਾਵੇਂ ਦੀ ਹੋਵੇ ਐਲੀਫੈਂਟ, ਵੀ ਇੱਥੇ ਲੜਾਈ ਹੁੰਦੀ ਹੈ ਥਰਡ ਜ਼ੋਨ ਦੇ ਵਿੱਚ ਜਾ ਕੇ। ਔਰ ਜਦੋਂ ਇੱਥੇ ਲੜਾਈ ਹੁੰਦੀ ਹੈ ਤਾਂ ਫਿਰ ਕੀ ਹੁੰਦਾ ਹੈਗਾ, ਹਿਊਮਨ ਐਨੀਮਲ ਕਨਫਲਿਕਟ ਹੁੰਦਾ ਹੈ। ਇਹ ਬਹੁਤ ਵਾਰ ਹੁੰਦਾ ਹੈਗਾ। ਕੋਈ ਤੇਂਦੂਆ ਇਸ ਜ਼ੋਨ 'ਚ ਆ ਜਾਂਦਾ ਹੈ, ਉੱਥੇ ਫਿਰ ਲੋਕ ਇਕੱਠੇ ਹੋ ਕੇ ਤੇਂਦੂ ਨੂੰ ਮਾਰਨ ਦੇ ਵਿੱਚ ਚਲੇ ਜਾਂਦੇ ਹੈ। ਕੋਈ ਹਾਥੀ ਇਸ ਜ਼ੋਨ 'ਚ ਆ ਜਾਂਦਾ, ਫਿਰ ਉੱਥੇ ਲੜਾਈ ਹੁੰਦੀ ਹੈ। ਜਿਵੇਂ ਇੱਕ ਯਾਨੀ ਕਿ ਕੇਰਲਾ ਦੇ ਵਿੱਚ ਇੱਕ ਬਹੁਤ ਵੱਡੀ ਨਿਊਜ਼ ਚੱਲੀ ਸੀ, ਕਹਿੰਦੇ ਇੱਕ ਹੱਥਣੀ ਸੀਗੀ, ਉਹਨੂੰ ਪਾਈਨਐਪਲ ਦੇ ਵਿੱਚ ਬੰਬ ਪਾ ਕੇ ਦੇ ਦਿੱਤਾ, ਹੱਥਣੀ ਵੀ ਮਾਰੀ ਗਈ ਵਿਚਾਰੀ। ਉਹਦੇ ਯਾਨੀ ਕਿ ਉਹ ਨਾਲੇ ਪ੍ਰੈਗਨੈਂਟ ਸੀ ਹੱਥਣੀ, ਠੀਕ ਹੈ ਨਾ। ਇੱਦਾਂ ਕਾਫੀ ਜ਼ਿਆਦਾ ਕਨਫਲਿਕਟ ਹੁੰਦਾ ਹੈਗਾ। ਆਪਣੇ ਪੰਜਾਬ ਵਾਲੇ ਪਾਸੇ ਤਾਂ ਇਹੋ ਜਿਹਾ ਕੁਝ ਹੈ ਨਹੀਂ ਨਾ, ਆਪਾਂ ਨੂੰ ਤਾਂ ਨਹੀਂ ਪਤਾ। ਬਟ ਇੱਕ ਪ੍ਰੋਜੈਕਟ ਰੀਹੈਬ ਚਲਾਇਆ ਗਿਆ, ਰਿਡਿਊਸਿੰਗ ਐਲੀਫੈਂਟ ਹਿਊਮਨ ਅਟੈਕਸ, ਠੀਕ ਹੈ। ਔਰ ਦੇਖੋ ਇਹਨੂੰ ਰਿਡਿਊਸ ਕਰਨ ਵਾਸਤੇ ਉਹਨਾਂ ਨੇ ਕੀ ਆਖਿਆ, ਆਪਾਂ ਕੀ ਕਰਦੇ ਹਾਂ, ਇਹ ਜਿਵੇਂ ਆਹ ਜ਼ੋਨ ਹੋ ਗਿਆ, ਇੱਕ ਆਹ ਜ਼ੋਨ ਬਫਰ ਜ਼ੋਨ, ਉਸ ਤੋਂ ਉੱਪਰ ਟ੍ਰਾਂਜੀਸ਼ਨਲ ਜ਼ੋਨ। ਜਿਵੇਂ ਹਾਥੀ ਹੈ ਜਿਹੜਾ ਇਸ ਜ਼ੋਨ ਤੋਂ ਇਸ ਜ਼ੋਨ ਦੇ ਵਿੱਚ ਜਾਂਦਾ, ਆਪਾਂ ਕੀ ਕਰਾਂਗੇ, ਇਸ ਜ਼ੋਨ ਦੇ ਵਿੱਚ ਇਹ ਮਧੂਮੱਖੀਆਂ ਰੱਖ ਦਾਂਗੇ 20 ਮਧੂਮੱਖੀਆਂ ਦੇ ਡੱਬੇ, ਠੀਕ ਹੈ ਨਾ। ਮਧੂਮੱਖੀਆਂ ਦੇ ਡੱਬੇ ਰੱਖਾਂਗੇ। ਹਾਥੀ ਜਿਹੜਾ ਹੈਗਾ ਮਧੂਮੱਖੀਆਂ ਤੋਂ ਬੜਾ ਚੱਲਦਾ ਹੈ, ਜਿੱਥੇ ਮਧੂਮੱਖੀਆਂ ਦਿਖਦੀਆਂ ਨੇ ਵਾਪਸ ਹੀ ਭੱਜ ਜਾਂਦਾ, ਠੀਕ ਹੈ ਨਾ। ਤਾਂ ਕਰਕੇ ਇਹ ਜਿਹੜਾ ਹਾਥੀ ਹੈ ਇਹਨਾਂ ਤੋਂ ਡਰਦਾ, ਇਸੇ ਕਰਕੇ ਪ੍ਰੋਜੈਕਟ ਚਲਾਇਆ ਗਿਆ। ਯਾਨੀ ਕਿ ਮਧੂਮੱਖੀਆਂ ਯੂਜ਼ ਕਰਾਂਗੇ, ਯੂਜ਼ਿੰਗ ਬੀਜ਼, ਓਕੇ, ਹੋਰ ਕੁਛ ਨਹੀਂ ਹੈ। ਇੱਕ ਰੇਡੀਓ ਕਾਲਰਿੰਗ ਪ੍ਰੋਜੈਕਟ ਵੀ ਚਲਾਇਆ ਗਿਆ ਹੈਗਾ ਅਸਾਮ ਦੇ ਵਿੱਚ ਵੀ। ਅਸਾਮ ਦੇ ਵਿੱਚ ਇੱਕ ਰੇਡੀਓ ਕਾਲਰਿੰਗ ਪ੍ਰੋਜੈਕਟ ਹੈ ਕਿ ਜੀ, ਇਹ ਤੁਹਾਨੂੰ ਦੱਸ ਦਵਾਂ। ਇਹ ਹੁੰਦਾ ਜਿਵੇਂ ਦੇਖੋ, ਇਹ ਹਾਥੀਆਂ ਦਾ ਝੁੰਡ ਹੈ, ਠੀਕ ਹੈ। ਇੱਥੇ ਇੱਕ ਮੇਨ ਲੀਡਰ ਹੈ, ਜਿਹੜੀ ਮੇਨ ਲੀਡਰ ਹੁੰਦੀ ਹੈ ਉਹ ਹਮੇਸ਼ਾ ਹਾਥੀ ਨਹੀਂ ਹੁੰਦੀ ਹੈ, ਯਾਨੀ ਕਿ ਫੀਮੇਲ ਐਲੀਫੈਂਟ। ਹੁਣ ਇਹ ਜਿਹੜਾ ਪ੍ਰੋਜੈਕਟ ਹੈ ਇਹ ਤਾਂ ਚਲਾਇਆ ਗਿਆ ਕਿ ਹਾਂ ਵੀ ਇਹ ਜਿਹੜਾ ਮੇਨ ਲੀਡਰ ਹੈ ਇਹਦੇ ਗਲ ਦੇ ਵਿੱਚ ਆਪਾਂ ਕੁਝ ਲਗਾ ਦਾਂਗੇ, ਕੰਨਾਂ ਦੇ ਉੱਤੇ ਜਾਂ ਫਿਰ ਇਹਦੇ ਯਾਨੀ ਕਿ ਸਰੀਰ ਦੇ ਉੱਤੇ ਕਿਤੇ ਵੀ ਇਹ ਲਗਾ ਦਾਂਗੇ ਸੈਂਸਰ, ਜਿੱਥੇ ਜਾਊਗਾ ਇਹ ਸਾਰੇ ਝੁੰਡ ਉੱਥੇ ਜਾਊਗਾ, ਤਾਂ ਕਿ ਸਾਨੂੰ ਇਹਨਾਂ ਦੀ ਮੂਵਮੈਂਟ ਦਾ ਪਤਾ ਲੱਗ ਜਾਵੇ, ਓਕੇ। ਹੁਣ ਇਹ ਪ੍ਰੋਜੈਕਟ ਚਲਾਇਆ ਜਾਂਦਾ ਹੈਗਾ, ਇਹ ਹਰ ਪਾਸੇ ਚਲਾਇਆ ਜਾਂਦਾ ਹੈ। ਕਈ ਵਾਰੀ ਕੀ ਹੁੰਦੇ ਹੈ ਕਿ ਜਿਹੜੇ ਅਥਾਰਟੀ ਵਾਲੇ ਹੁੰਦੇ ਆ ਉਹ ਜਿਵੇਂ ਆਹ ਹਾਥੀ ਹੈ, ਠੀਕ ਹੈ, ਇਹ ਲਾਸਟ ਵਾਲਾ ਇਹ ਵਿਚਾਰਾ ਮੇਨ ਲੀਡਰ ਹੈ ਨਹੀਂ, ਇਹਦੇ ਯਾਨੀ ਕਿ ਗੱਲ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਲਗਾ ਦਿੱਤਾ ਕਿ ਹਾਂ ਇਹ ਆਪਾਂ ਇਸ ਦੇ ਉੱਤੇ ਲਗਾ ਦਿੰਦੇ ਹਾਂ ਤਾਂ ਕਿ ਆਪਾਂ ਨੂੰ ਪਤਾ ਲੱਗ ਚੱਲੇ ਮੂਵਮੈਂਟ ਦਾ। ਮੇਨ ਲੀਡਰ ਨੂੰ ਲੱਭਿਆ ਨਹੀਂ ਇਹਨਾਂ ਨੇ। ਇਹ ਜਿਹੜਾ ਪਿੱਛੇ ਜੇ ਰਹਿੰਦਾ ਸੀਗਾ ਇਹ ਭਾਵੇਂ ਦੇ ਇੱਧਰ ਟੋਭੇ 'ਚ ਲਿਟਿਆ ਪਿਆ ਹੋਵੇ, ਉਹ ਜਿਹੜਾ ਝੁੰਡ ਹੈਗਾ ਉਹ ਹੋਰ ਪਾਸੇ ਜਾ ਵੜੇ, ਤਾਂ ਇਹੋ ਜਿਹੀ ਵੀ ਬੜੀ ਪ੍ਰੋਬਲਮ ਆਉਂਦੀ ਹੈਗੀ ਹੈ, ਠੀਕ ਹੈ ਨਾ। ਤਾਂ ਇਹ ਜਿਹੜਾ ਹੈਗਾ ਪ੍ਰੋਜੈਕਟ, ਇਹ KVIC ਇੱਕ ਯਾਨੀ ਕਿ ਔਰਗੇਨਾਈਜੇਸ਼ਨ ਹੈਗੀ, ਕਮਿਸ਼ਨ ਹੈਗਾ, ਜੋ 1956 ਦੇ ਵਿੱਚ ਬਣਿਆ ਸੀਗਾ, ਉਹਦੇ ਅੰਡਰ ਦੇ ਵਿੱਚ ਇਹ ਕੰਮ ਕਰ ਰਿਹਾ ਹੈਗਾ, ਠੀਕ ਹੈ। ਬੀ ਫੈਂਸਿੰਗ ਕੀਤੀ ਜਾਊਗੀ, ਹਨੀ ਬਾਕਸਿਸ ਯਾਨੀ ਕਿ ਮਧੂਮੱਖੀਆਂ ਦਾ ਬਾਕਸ ਰੱਖਿਆ ਜਾਊਗਾ ਤਾਂ ਕਿ ਇਹਨਾਂ ਨੂੰ ਬਚਾਇਆ ਜਾ ਸਕੇ, ਯਾਨੀ ਕਿ ਇਹ ਜਿਹੜੀ ਲੜਾਈ ਝਗੜਾ ਰੋਕਿਆ ਜਾ ਸਕੇ। ਇੱਕ ਕੁਐਸਚਨ ਪੁੱਛਿਆ ਸੀਗਾ, ਇਹ PPSC ਨੇ ਪੁੱਛਿਆ ਸੀਗਾ। ਕੁਐਸਚਨ ਕੀ ਸੀਗਾ ਕਿ ਇਲੀਗਲ ਕਿਲਿੰਗ ਆਫ ਐਲੀਫੈਂਟ, ਠੀਕ ਹੈ, ਮਾਈਕ, ਠੀਕ ਹੈ, ਮੋਨੀਟਰਿੰਗ ਆਫ ਇਲੀਗਲ ਕਿਲਿੰਗ ਆਫ ਐਲੀਫੈਂਟਸ, ਇੱਕ ਮਾਈਕ ਹੈਗੀ ਸਾਈਟ, ਕਿਹੜੀ ਨਹੀਂ ਹੈ। ਵੀ ਇੱਕ ਨਾ ਯਾਨੀ ਕਿ ਮਾਰਿਆ ਜਾਂਦਾ ਹਾਥੀਆਂ ਨੂੰ, ਉਹਨਾਂ ਨੇ ਫਿਰ ਨਾ 10 ਕੇ ਸਾਈਟਾਂ ਬਣਾ ਰੱਖੀਆਂ ਨੇ ਜਿੱਥੇ ਯਾਨੀ ਕਿ ਮੋਨੀਟਰ ਕੀਤਾ ਜਾਂਦਾ ਹੈਗਾ ਕਿੱਥੇ ਹਾਥੀ ਮਾਰ ਰਹੇ ਆ। ਤਾਂ ਇਹ ਪੁੱਛਿਆ ਗਿਆ ਸੀ ਕੁਐਸਚਨ, ਕਿਹੜੀ ਨਹੀਂ ਹੈ। ਤਾਂ ਗਾਰੋ, ਦੇਖੋ ਗਾਰੋ ਹੈਗੀ ਇਸ ਵਿੱਚ, ਆ ਦੇਖੋ ਅਸੀਂ, ਠੀਕ ਹੈ। ਬੋਰ ਹੈ ਨਹੀਂ। ਚਿਰਾਂਗਾ ਸੀ। ਈਸਟਰਨ ਦੁਆਰ, ਆ ਸੀ ਈਸਟਰਨ ਦੁਆਰ, ਠੀਕ ਹੈ। ਬੋਰ ਹੈ ਨਹੀਂ, ਦੈਨ ਆਨਸਰ ਕੀ ਆਊਗਾ, ਬੋਰ। ਇੱਦਾਂ ਕਰਕੇ ਕੁਐਸਚਨ ਪੁੱਛਿਆ ਗਿਆ ਸੀ PPSC ਨੇ ਕਿ ਮਾਈਕ ਯਾਨੀ ਕਿ ਇੱਕ ਸਾਈਟ ਵੀ ਬਣੀ ਹੋਈ ਹੈ ਕਿ ਆਪਾਂ ਮੋਨੀਟਰ ਕਰਨਾ ਕਿੱਥੇ ਐਲੀਫੈਂਟ ਨੂੰ ਮਾਰਿਆ ਜਾ ਰਿਹਾ ਹੈਗਾ। ਇਹ 10 ਸਾਈਟਾਂ ਨੇ, ਠੀਕ ਹੈ ਨਾ। ਜਿਵੇਂ ਜਿਵੇਂ ਆਪਾਂ ਅੱਗੇ ਪੜ੍ਹੀ ਚੱਲਾਂਗੇ ਉਵੇਂ ਉਵੇਂ ਤੁਹਾਡੇ ਕਨਫਰਮ ਹੋਈ ਚੱਲੂਗਾ, ਓਕੇ। 10 ਸਾਈਟਾਂ ਨੇ ਇਹ, ਇਹਦਾ ਆਨਸਰ ਆਊਗਾ B। ਅੱਗੇ ਆਊਗਾ ਹੈਦਰਪੁਰ ਵੈਟਲੈਂਡ। ਦੇਖੇ ਇੱਕ ਨਾ ਨਵੀਂ ਵੈਟਲੈਂਡ ਸਾਈਟ ਘੋਸ਼ਿਤ ਕੀਤੀ ਗਈ ਹੈ ਰਾਮਸਰ ਦੇ ਵਿੱਚ, ਠੀਕ ਹੈ। ਔਰ ਹੁਣ ਐਟ ਪ੍ਰੈਜ਼ੈਂਟ 47 ਯਾਨੀ ਕਿ ਵੈਟਲੈਂਡ ਸਾਈਟਸ ਹੋ ਚੁੱਕੀਆਂ ਨੇ। ਉਹ ਸਭ ਤੋਂ ਜ਼ਿਆਦਾ ਜਿਹੜੀਆਂ ਸਾਈਟਸ ਹੈਗੀਆਂ ਨੇ ਉਹ UP ਦੇ ਵਿੱਚ ਹੈ। ਪਹਿਲੀ ਗੱਲ, ਰਾਮਸਰ ਹੈ ਕੀ ਚੀਜ਼, ਦੇਖੋ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਦਾ ਕਿ ਪਹਿਲੀ ਗੱਲ, ਇਹ ਰਾਮਸਰ ਜਿਹੜਾ ਕਨਵੈਨਸ਼ਨ ਹੈ ਇਹ ਹੋਇਆ ਸੀਗਾ ਈਰਾਨ ਦੇ ਵਿੱਚ।
ईरान ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਰਾਮਸਰ, ਉੱਥੇ ਹੋਇਆ ਸੀਗਾ 1971 ਦੇ ਵਿੱਚ, ਠੀਕ ਹੈ। ਅਤੇ 1971 ਦੇ ਵਿੱਚ ਇਹ ਹੋਇਆ ਸੀਗਾ। ਹੁਣ ਵੈਟਲੈਂਡ ਹੁੰਦਾ ਕੀ ਹੈ? ਆਪਣੇ ਸਾਹਮਣੇ ਕੁਐਸਚਨ ਹੈ ਕਿ ਵੈਟਲੈਂਡ, ਬਟ ਇਹ ਹੈ ਕੀ ਚੀਜ਼? ਤੁਸੀਂ ਆਪਦੇ ਏਰੀਆ ਦੇ ਵਿੱਚ ਕੁਝ ਕੁ ਏਰੀਆ ਇਹੋ ਜਿਹਾ ਦੇਖਿਆ ਹੋਊਗਾ ਜਿੱਥੇ ਦਰਖਤ ਨੈਚੁਰਲੀ ਯਾਨੀ ਕਿ ਆਪਣੇ ਆਪ ਕਾਫੀ ਜ਼ਿਆਦਾ ਉੱਗ ਜਾਂਦੇ ਆ, ਠੀਕ ਹੈ। ਹੁਣ ਨੈਚੁਰਲੀ ਦਰਖਤ ਉੱਗਣ ਦਾ ਪਿੱਛੇ ਦਾ ਕਾਰਨ ਕੀ ਹੁੰਦਾ ਹੈ ਕਿ ਐ ਮੰਨ ਕੇ ਚੱਲੋ ਇੱਕ ਨਾ ਲੇਕ ਹੈ, ਹਜ਼ਾਰਾਂ ਸਾਲ ਪਹਿਲਾਂ ਇੱਕ ਲੇਕ ਸੀਗੀ, ਉਹ ਲੇਕ ਦੇ ਵਿੱਚ ਮਿੱਟੀ ਪੈ ਪੈ ਕੇ ਉਹ ਲੇਕ ਹੈ ਉਹ ਭਰ ਗਈ ਹੈ, ਬੰਦ ਹੋ ਗਈ। ਹੁਣ ਲੇਕ ਬੰਦ ਹੋ ਗਈ ਹੈ, ਤਾਂ ਲੇਕ ਬੰਦ ਹੋ ਗਈ ਤਾਂ ਉਸ ਤੋਂ ਬਾਅਦ ਕੀ ਹੋਇਆ, ਕਾਫੀ ਟਾਈਮ ਬਾਅਦ ਉੱਥੇ ਦਰਖਤ ਉੱਗਣੇ ਸ਼ੁਰੂ ਹੋ ਗਏ, ਠੀਕ ਹੈ। ਦਰਖਤ ਉੱਗਣੇ ਸ਼ੁਰੂ ਹੋ ਗਏ, ਜਦੋਂ ਦਰਖਤ ਉੱਗਣੇ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਕੀ ਹੋ ਗਿਆ, ਉੱਥੇ ਪੰਛੀ ਵੀ ਆ ਗਏ, ਠੀਕ ਹੈ। ਕਾਫੀ ਪੰਛੀ ਆ ਗਏ, ਜਾਨਵਰ ਆ ਗਏ, ਪੂਰਾ ਦਾ ਪੂਰਾ ਜਿਹੜਾ ਏਰੀਆ ਉਹ ਹਰਿਆ ਭਰਿਆ ਹੋ ਗਿਆ। ਇੱਕ ਕੀ ਬਣ ਗਿਆ, ਜੰਗਲ ਬਣ ਗਿਆ, ਜਾਂ ਫਿਰ ਕੀ ਬਣ ਗਿਆ, ਇਹ ਵੈਟਲੈਂਡ ਬਣ ਗਿਆ, ਠੀਕ ਹੈ, ਵੈਟਲੈਂਡ ਬਣ ਗਿਆ। ਬਟ ਆਪਾਂ ਨੂੰ ਇਹ ਵੈਟਲੈਂਡ ਇਹ ਬਣਿਆ ਕਿਵੇਂ? ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਇੱਥੇ ਕੋਈ ਝੀਲ ਸੀਗੀ, ਲੇਕ ਸੀਗੀ, ਕੁਝ ਸੀਗਾ, ਫਿਰ ਇਹ ਵੈਟਲੈਂਡ ਬਣਿਆ। ਹੁਣ ਇਹੋ ਜਿਹੇ ਵੈਟਲੈਂਡ ਨੂੰ ਬਚਾਉਂਦਾ ਹੈਗਾ ਰਾਮਸਰ, ਠੀਕ ਹੈ, ਜਿਹੜਾ ਕਨਵੈਨਸ਼ਨ ਹੋਇਆ ਸੀਗਾ ਤਾਂ ਕਿ ਇਹੋ ਜਿਹੇ ਬਚਾਏ ਜਾ ਸਕਣ। ਹੁਣ ਇਹ ਜਿਹੜਾ ਇਹ ਹੈਦਰਪੁਰ ਹੈਗਾ, ਇਹ ਵੈਟਲੈਂਡ ਯੂਪੀ ਦੇ ਵਿੱਚ ਪੈਂਦਾ ਹੈਗਾ, ਇਹਨੂੰ 47 ਰਾਮਸਰ ਸਾਈਟ ਘੋਸ਼ਿਤ ਕਰ ਦਿੱਤਾ ਗਿਆ ਹੈਗਾ, ਠੀਕ ਹੈ। ਔਰ ਇਹ ਹਿਊਮਨ ਬੀਇੰਗ ਦੇ ਦੁਆਰਾ ਬਣਾਇਆ ਗਿਆ ਵੈਟਲੈਂਡ ਹੈ ਇਹ ਨੈਚੁਰਲੀ ਨਹੀਂ। ਨੈਚੁਰਲੀ ਜੇ ਮੰਨ ਕੇ ਚਲੋ ਕੋਈ ਝੀਲ ਸੀਗੀ, ਉਹ ਝੀਲ ਬੰਦ ਹੋ ਗਈ, ਉੱਥੇ ਦਰਖਤ ਉੱਗ ਗਏ, ਪੰਛੀ ਆ ਗਏ, ਠੀਕ ਹੈ, ਉੱਥੇ ਜਾਨਵਰ ਆ ਗਏ, ਹਰੇ ਭਰੇ ਜੰਗਲ ਹੋ ਗਏ, ਤਾਂ ਇੱਕ ਜੰਗਲ ਬਣ ਗਿਆ, ਉਹਨੂੰ ਵੈਟਲੈਂਡ ਕਹਿੰਦੇ ਆ। ਇੱਕ ਤਾਂ ਬਣਿਆ ਬਣਾਇਆ ਹੁੰਦਾ ਹੈਗਾ, ਇੱਕ ਬਣਾਇਆ ਜਾਂਦਾ ਜੋ ਹਿਊਮਨ ਬੀਇੰਗ ਬਣਾਉਂਦਾ ਹੈਗਾ, ਅਤੇ ਇਹੋ ਜਿਹੀ ਸਾਈਡ ਹਿਊਮਨ ਬੀਇੰਗ ਵੀ ਚੁਣ ਲੈਂਦੇ ਨੇ ਜੋ ਇਸ ਨੂੰ ਕਨਵਰਟ ਕਰ ਦਿੰਦੇ ਵੈਟਲੈਂਡ ਦੇ ਵਿੱਚ, ਓਕੇ। ਅਤੇ ਇੱਥੇ ਘੜਿਆਲ ਵੀ ਛੱਡੇ ਗਏ ਹੈਗੇ ਆ ਇਸ ਵੈਟਲੈਂਡ ਦੇ ਵਿੱਚ। ਤਾਂ ਸਭ ਤੋਂ ਜ਼ਿਆਦਾ ਜੇ ਵੈਟਲੈਂਡ ਕਿਤੇ ਹੈ ਤਾਂ ਉਹ ਯੂਪੀ ਦੇ ਵਿੱਚ ਹੈ। ਜਿਵੇਂ ਇੱਕ ਕੁਐਸਚਨ ਆਇਆ ਹੋਇਆ ਸੀਗਾ ਕਿ ਕਿਹੜੇ ਰਾਮਸਰ ਵੈਟਲੈਂਡ ਸਾਈਟਸ ਹੈਗੀਆਂ ਨੇ ਇੰਡੀਆ ਦੇ ਵਿੱਚ, ਤਾਂ ਇਹ ਕੁਐਸਚਨ PPSC ਨੇ ਪੁੱਛਿਆ ਸੀਗਾ। ਜਿਵੇਂ ਚੰਦਰਤਾਲ ਯੂਪੀ ਦੇ ਵਿੱਚ ਪੈਂਦਾ ਹੈ, ਠੀਕ ਹੈ। ਇਨਕਰੈਕਟ ਪੁੱਛਿਆ ਉਹਨਾਂ ਨੇ ਕਿ ਗਲਤ ਹੈ, ਕਿਹੜਾ ਗਲਤ ਹੈ। ਇਹ ਦੇਖੋ ਇਹ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਸਹੀ ਪੁੱਛਿਆ ਕਿ ਗਲਤ ਪੁੱਛਿਆ। ਤਾਂ ਹਰੀਕੇ ਪੰਜਾਬ ਦੇ ਵਿੱਚ ਪੈਂਦਾ, ਹਰੀਕੇ ਤਾਂ ਸਹੀ ਹੈ, ਠੀਕ ਹੈ। ਦੀਪੋਰ ਬਿਲ ਅਸਾਮ ਦੇ ਵਿੱਚ ਪੈਂਦਾ, ਇਹ ਵੀ ਸਹੀ ਹੈਗਾ। ਹੁਣ ਆਪਾਂ ਨੇ ਇਹਦੇ ਵਿੱਚ ਐਂ ਦੇਖਣਾ ਕਿ ਸਹੀ ਕਿਹੜੇ ਕਿਹੜੇ ਹੈਗੇ ਆ ਅਤੇ ਗਲਤ ਕਿਹੜੇ ਹੈਗੇ ਆ। ਤਾਂ ਦੇਖੋ ਜਿਹੜੇ ਗਲਤ ਆ ਉਹ 1 ਤੇ 4 ਹੈਗੇ ਆ, ਯਾਨੀ ਕਿ ਚੰਦਰਾਤਾਲ ਯੂਪੀ ਅਤੇ ਰੁਦਰਾ ਸਾਗਰ ਜਿਹੜਾ ਹੈਗਾ ਰਾਜਸਥਾਨ, ਇਹ ਦੋਵੇਂ ਸਟੇਟਮੈਂਟ ਗਲਤ ਹੈ, ਠੀਕ ਹੈ। ਉਹਨਾਂ ਨੇ ਇਨਕਰੈਕਟ ਹੀ ਪੁੱਛਿਆ ਸੀਗਾ, ਇਨਕਰੈਕਟ ਇਹ 2 ਹੈਗੀਆਂ ਨੇ। ਹਰੀਕੇ ਪੰਜਾਬ ਦੇ ਵਿੱਚ ਪੈਂਦਾ ਵੈਟਲੈਂਡ, ਦੀਪੋਰ ਬਿਲ ਅਸਾਮ ਦੇ ਵਿੱਚ ਪੈਂਦਾ ਹੈਗਾ, ਠੀਕ ਹੈ ਨਾ। ਅਤੇ ਟੋਟਲ ਕਿੰਨੇ ਨੇ 47 ਹੈਗੇ ਆ। ਇਹ ਜਿਹੇ ਕੁਐਸਚਨ PPSC ਨੇ ਪੁੱਛੇ ਵੀ ਹੈਗੇ ਆ। ਜਿਵੇਂ ਵਿਚ ਵਨ ਆਫ ਦਾ ਫਲੋਇੰਗ ਵੈਟਲੈਂਡ ਇਜ਼ ਨੋਟ ਇਨ ਪੰਜਾਬ, ਪੰਜਾਬ ਜਿਹੜਾ ਹੈਗਾ ਪੰਜਾਬ ਵਿੱਚ ਕਿਹੜਾ ਨਹੀਂ ਹੈ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਹਰੀਕੇ ਜਿਹੜਾ ਹੈਗਾ, ਹਰੀਕੇ ਪੱਤਨ ਪੈਂਦਾ ਹੈਗਾ, ਜਿਹਦੇ ਬਿਆਸ ਅਤੇ ਸਤਲੁਜ ਨਦੀ ਦੋਵੇਂ ਆ ਕੇ ਮਿਲਦੀਆਂ ਨੇ, ਉੱਥੇ ਹਰੀਕੇ ਪੈਂਦਾ ਹੈਗਾ। ਇੱਕ ਰੋਪੜ ਵੀ ਹੈਗਾ, ਕੰਜਲੀ ਹੈਗਾ, ਕੰਜਲੀ ਕਪੂਰਥਲੇ ਪੈਂਦਾ ਹੈਗਾ, ਠੀਕ ਹੈ। ਆਹ 3 ਤਾਂ ਹੈਗੇ, ਰੁਦਰ ਸਾਗਰ ਨਹੀਂ ਹੈ। ਤਾਂ ਇਹਦਾ ਆਨਸਰ ਕੀ ਆਊਗਾ? ਇਹਦਾ ਆਨਸਰ ਆਊਗਾ 1 ਨੰਬਰ, ਓਕੇ। ਔਰ ਆਹ ਵੈਟਲੈਂਡ ਹੈਗੇ ਆ ਮੇਨ ਤੁਸੀਂ ਇਸ ਨੂੰ ਜਿਹੜੀ PDF ਫਾਈਲ ਤੁਹਾਨੂੰ ਮਿਲ ਜੂਗੀ, ਇਹ ਵੈਟਲੈਂਡ ਦੇਖ ਲਿਓ। ਜਿਵੇਂ ਕਿ ਜੰਮੂ ਕਸ਼ਮੀਰ ਦੇ ਵਿੱਚ ਵੂਲਰ ਲੇਕ, ਹੋਕੇਰਾ ਵੈਟਲੈਂਡ ਹੈਗਾ, ਸੂਰੀ ਨਸਾਰ, ਮੌਨਸਰ, ਤਸੋਮਦੀ, ਕਿੰਨੀ ਹੈਗੇ 4 ਹੈਗੇ ਆ। ਪੰਜਾਬ ਦੇ ਵਿੱਚ ਕੰਜਲੀ, ਹਰੀਕੇ, ਰੋਪੜ ਹੈਗਾ, ਠੀਕ ਹੈ। ਆਸਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੀਪੋਰ ਬਿਲ, ਇੱਕ ਲੋਕਤਕ ਲੇਕ ਹੈਗਾ, ਰੁਦਰ ਸਾਗਰ ਤ੍ਰਿਪੁਰਾ ਦੇ ਵਿੱਚ ਪੈ ਰਿਹਾ ਹੈਗਾ, ਓਕੇ। ਭੀਤਰ ਕਨਿਕਾ ਜਿਹੜਾ ਪੈ ਰਿਹਾ ਹੈਗਾ, ਇਹ ਉੜੀਸਾ ਦੇ ਵਿੱਚ, ਚਿਲਕਾ ਲੇਕ ਉੜੀਸਾ ਦੇ ਵਿੱਚ, ਕੋਲੇਰੂ ਇਹ ਆਂਧਰਾ ਪ੍ਰਦੇਸ਼ ਦੇ ਵਿੱਚ, ਠੀਕ ਹੈ। ਇਹ ਸਾਰੇ ਵੈਟਲੈਂਡ ਹੈਗੇ ਆ। ਭੋਜ ਵੈਟਲੈਂਡ ਮੱਧ ਪ੍ਰਦੇਸ਼। ਤਾਂ ਇਹ ਸਾਰੇ ਵੈਟਲੈਂਡ ਸਾਈਟਸ ਹੈਗੀਆਂ ਨੇ, ਠੀਕ ਹੈ। ਰਾਮਸਰ ਸਾਈਟਸ ਆ ਜਾਂਦੀਆਂ ਨੇ, ਅਤੇ ਇਹਦੀਆਂ PDF ਫਾਈਲ ਤੁਹਾਨੂੰ ਮਿਲ ਜਾਣਗੀਆਂ। ਇੱਕ ਹੋਰ ਦੇਖ ਲੈਂਦੇ ਹਾਂ, ਕੰਜਲੀ ਵੈਟਲੈਂਡ ਕਿਹੜੇ ਡਿਸਟ੍ਰਿਕਟ ਵਿੱਚ ਪੈਂਦਾ ਹੈ? ਤਾਂ ਨੋਰਮਲ ਸਿੰਪਲ ਜਿਹਾ ਕੁਐਸਚਨ ਹੈ, PPSC ਨੇ ਪੁੱਛਿਆ ਸੀਗਾ। ਇਹਦਾ ਆਨਸਰ ਕੀ ਹੋਊਗਾ? ਕਪੂਰਥਲਾ ਦੇ ਵਿੱਚ ਪਾਇਆ ਜਾਂਦਾ ਹੈਗਾ। ਕਿਓਲਾਡਾ ਨੈਸ਼ਨਲ ਪਾਰਕ ਹੈ ਜਿਹੜਾ, ਉਹ ਕਿੱਥੇ ਲੋਕੇਟਡ ਹੈ? ਦੇਹਰਾਦੂਨ, ਭਰਤਪੁਰ, ਮੈਸੂਰ, ਨਨੌਤੀਸ। ਦੇਖੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹ ਪੈਂਦਾ ਰਾਜਸਥਾਨ ਦੇ ਵਿੱਚ, ਔਰ ਦੇਹਰਾਦੂਨ ਰਾਜਧਾਨੀ ਹੈ ਉੱਤਰਾਖੰਡ ਦੀ, ਤਾਂ ਦੇਹਰਾਦੂਨ ਤਾਂ ਹੋ ਨਹੀਂ ਸਕਦਾ, ਮੈਸੂਰ ਵੀ ਨਹੀਂ ਹੋ ਸਕਦਾ, ਭਰਤਪੁਰ ਰਾਜਸਥਾਨ ਦੇ ਵਿੱਚ ਪੈਂਦਾ। ਆਨਸਰ ਕੀ ਆਊਗਾ ਤਾਂ ਭਰਤਪੁਰ, ਠੀਕ ਹੈ ਨਾ। ਤਾਂ ਇਹ ਸੀਗੇ ਆਪਣਾ ਯਾਨੀ ਕਿ ਇੱਕ ਫਸਟ ਇਨਵਾਇਰਮੈਂਟ ਦਾ ਸੈਸ਼ਨ, ਯਾਨੀ ਕਿ ਫਸਟ ਕਲਾਸ। ਇਹਦੀਆਂ ਟੋਟਲ ਤੁਹਾਨੂੰ 8 ਤੋਂ 9 ਕਲਾਸਾਂ ਮਿਲ ਜਾਣਗੀਆਂ ਜਾਂ 10 ਕੀ ਕਲਾਸਾਂ ਹੋਣਗੀਆਂ। ਇਹਦੇ ਵਿੱਚ ਲਾਸਟ 8 ਮੰਥ ਦੇ ਕਰੰਟ ਅਫੇਅਰ ਹੋਣਗੇ। ਔਰ ਜੇ ਤੁਹਾਨੂੰ ਇੱਕ ਕਲਾਸ ਵਧੀਆ ਲੱਗੀ ਹੋਵੇ ਤਾਂ ਇਹਨੂੰ ਅੱਗੇ ਦੇ ਅੱਗੇ ਸ਼ੇਅਰ ਕਰੋ, ਫਾਰਵਰਡ ਕਰੋ, ਤਾਂ ਕਿ ਕਾਫੀ ਬੱਚਿਆਂ ਦਾ ਇਹਦੇ ਵਿੱਚ ਫਾਇਦਾ ਹੋ ਸਕੇ, ਠੀਕ ਹੈ। ਔਰ ਮੈਨੂੰ ਵੀ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਰਹੂਗੀ ਕਿ ਮੈਂ ਹੋਰ ਤੋਂ ਹੋਰ ਲੈਕਚਰ ਤੁਹਾਡੇ ਲਈ ਪ੍ਰੀਪੇਅਰ ਕਰਾਂ।
ਠੀਕ ਹੈ। ਤਾਂ ਅੱਜ ਦੇ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਬੱਚੋ।